पर वो ना पंजां नूं आ शहादत का दिन कल नूं आ रहा है। पर अरदास करनी आ उन्हां दी शांति दी और उन्हां दे संघर्ष जिस लई गए ने उस संघर्ष की पूर्ति दी। देखो जी, मावां दा पुੱਤ ਤਾਂ अपना मोदी भी आ, मावां दा पुੱਤ ਤਾਂ सेंटर का वो स्टेट होम मिनिस्टर भी आ, ਜਿਹੜਾ ਸਾਰਾ ਡਰਾਮਾ ਕਰ ਰਿਹਾ ਔਰ ਮਾਨਵਤਾ ਨੂੰ ਆਪਣੇ ਪੈਰਾਂ ਥੱਲੇ ਕੁਚਲ ਰਿਹਾ। ਜਿੱਥੋਂ ਤੱਕ ਸਾਡੇ ਚੱਲ ਰਹੇ ਸੰਘਰਸ਼ ਦੇ मतलब हिंसा अहिंसक संघर्ष ਨੂੰ ਹਿੰਸਾ ਦੇ ਨਾਲ ਦਬਾਉਣ ਲਈ ਕੋਈ ਵੀ ਆਏਗਾ ਤਾਂ ਉਹ ਤਾਂ ਰਿਟੈਲੀਏਸ਼ਨ ਆ। ਅਸੀਂ ਪ੍ਰੀ ਪਲਾਨ ਕਰਕੇ ਵੀ ਜਿਹੜੇ ਅੱਜ ਸਾਨੂੰ ਪਤਾ ਵੀ ਸਾਡੇ ਤੇ ਬੰਬ ਜਾਂ ਗੋਲੀ ਚਲਾ ਦੇਣੀ ਆ, ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਤੋਂ ਗੋਲੀ ਚਲਾਉਣ ਤੋਂ ਪਹਿਲਾਂ। ਅਸੀਂ ਤਾਂ ਚਾਹੁੰਦੇ ਇਹ ਸਾਡੇ 5 ਨਾ ਮਰਦੇ, ਉਹਨਾਂ ਦੇ 8 ਹੀ ਮਰ ਜਾਂਦੇ ਔਰ ਮਿਨਿਸਟਰ ਦਾ ਮੁੰਡਾ ਵੀ ਮਰ ਜਾਂਦਾ। ਇਹ ਮੈਂ ਗੱਲ ਕਲੀਅਰ ਕੱਟ ਕਰ ਲੈਂਦਾ। ਸਾਡੀ ਇੱਛਾ ਤਾਂ ਇਹ ਹੁਣ ਇਹ ਗੱਲ ਜੱਗ ਜ਼ਾਹਰ ਹੁੰਦੀ ਜਾ ਰਹੀ ਹੈ ਡੇ ਬਾਈ ਡੇ ਕਿ ਇਹ ਘਟਨਾ ਬੜੀ ਪਲਾਨ ਤਰੀਕੇ ਨਾਲ ਸੱਚ ਰਚ ਕੇ ਕੀਤੀ ਗਈ ਹੈਗੀ ਹੈ। ਇਹਦਾ ਜਿਹੜਾ ਉਦੇਸ਼ ਸੀ ਇਹਨਾਂ ਦਾ, 2 ਉਦੇਸ਼ ਸੀਗੇ। ਇੱਕ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਯੂਪੀ ਦੇ ਵਿੱਚ ਜਿਹੜਾ ਕਮਿਊਨਲ ਆਪਸ ਦੇ ਵਿੱਚ ਡਿਫਰੈਂਸਿਸ ਕਰਕੇ ਉਹ ਈਵਨ ਕਿ ਰਾਈਟਸ ਤੱਕ ਵੀ ਕਰਨ ਦੀ ਜਿਹੜੀ ਹੈਗੀ ਇਹਨਾਂ ਦੀ ਕੋਸ਼ਿਸ਼ ਸੀਗੀ ਇਹ। ਦੂਜਾ ਕਿ ਦਮਨ ਨਾਲ, ਧੱਕੇ ਨਾਲ, ਜ਼ੋਰ ਨਾਲ ਕਿਸਾਨੀ ਸੰਘਰਸ਼ ਨੂੰ ਖਤਮ ਕੀਤਾ ਜਾਵੇ। ਇਹ ਸਾਜ਼ਿਸ਼ ਦੇ ਤਹਿਤ ਇਹ ਘਿਨਾਉਣਾ ਜਿਹੜੀ ਹੈਗਾ ਕੰਮ ਕੀਤਾ ਗਿਆ, ਘਿਨਾਉਣੀ ਹਰਕਤ ਕੀਤੀ ਗਈ ਹੈਗੀ ਹੈ। ਜਿਹੜਾ ਉੱਥੇ ਪ੍ਰਿਯੰਕਾ ਗਾਂਧੀ ਜੀ ਪੋਚਾ ਲਾਏ ਬੌਕਰ ਮਾਰਿਆ ਏ, ਉਹਦੇ ਨਾਲ ਪ੍ਰੈਸ਼ਰ ਪੈ ਗਿਆ। ਜਿਹੜਾ ਉੱਥੇ ਚੰਨੀ ਸਾਹਿਬ 50 ਲੱਖ ਦੇ ਆਏ, ਉਹਦੇ ਨਾਲ ਪ੍ਰੈਸ਼ਰ ਪੈ ਗਿਆ। ਉਦੋਂ ਬਾਅਦ ਜਿਹੜਾ ਸਿੱਧੂ ਸਾਹਿਬ ਗਏ, ਸਾਰੇ ਆਪਦੇ ਮੈਂਬਰ ਪਾਰਲੀਮੈਂਟਾਂ ਨੂੰ ਨਾਲ ਲੈ ਕੇ ਹਲਾ ਕਰਦੇ ਵੀ ਮੈਂ ਤਾਂ ਆਪਦੇ ਸੀਐਮ ਤੋਂ ਵੱਡਾ ਹਾਂ, ਸਾਡਾ ਸੀਐਮ ਭਾਵੇਂ ਕੁਛ ਕਰਿਆ ਆ ਉਹਦਾ ਕੋਈ ਮੁੱਲ ਨਹੀਂ, ਪਰ ਮੈਂ ਉਦੋਂ ਦੁਬਾਰੇ ਫੇਰ ਜਾਊਂਗਾ, ਫੇਰ ਭੁੱਖ ਹੜਤਾਲ ਰੱਖੂੰਗਾ। ਇਹ ਤੁਸੀਂ ਇੱਕ ਦੂਜੇ ਤੋਂ ਵੱਧ ਚੜ ਕੇ ਜਿਹੜਾ ਪ੍ਰਦਰਸ਼ਨ ਕੀਤਾ ਹੈ, ਜਿਹੜਾ ਤੁਸੀਂ ਲਾਸ਼ਾਂ ਦੇ ਉੱਤੇ ਪ੍ਰਦਰਸ਼ਨ ਕਰਕੇ ਕਾਨੂੰਨ ਦਾ ਮਜ਼ਾਕ ਉਡਾਇਆ, ਔਰ ਜਿਹੜੀ ਗੱਲ ਦੇ ਉੱਤੇ ਤੁਸੀਂ ਕਿੰਤੂ ਕੀਤਾ ਸੀ ਕਿ ਗ੍ਰਿਫਤਾਰੀ ਨਹੀਂ ਹੋਣੀ, ਮੈਂ ਪਹਿਲੇ ਦਿਨ ਤੋਂ ਚਿੱਤ ਰਿਹਾ ਸਾਰੇ ਕਾਂਗਰਸੀ ਪ੍ਰਵਕਤਾਵਾਂ ਨਾਲ ਕਿ ਇਹ ਕੋਈ ਯੋਗੀ ਦਾ ਰਾਜ ਆ, ਸੰਨਿਆਸੀ ਦਾ। ਇਹਦਾ 100% ਗ੍ਰਿਫਤਾਰੀ ਹੋਊਗੀ, ਇਹ 84 ਨਹੀਂ ਹੈਗੀ ਜਿਹੜਾ ਹਜੇ ਤੱਕ ਟਾਈਟਲਰ ਤੁਰਿਆ ਫਿਰਦਾ ਹੈ। ਨਜ਼ਰੀਏ ਦੀ ਟੀਵੀ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਲਖੀਮਪੁਰ ਖੀਰੀ ਕਿਸਾਨਾਂ ਦੇ ਕਤਲੇਆਮ ਤੋਂ ਬਾਅਦ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ। ਬੇਸ਼ੱਕ ਅਦਾਲਤ ਨੇ ਜਿਹੜਾ ਕੇਂਦਰੀ ਮੰਤਰੀ ਹੈ ਉਹਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ 3 ਦਿਨ ਲਈ ਪੁਲਿਸ ਹਿਰਾਸਤ ਤੇ ਭੇਜ ਦਿੱਤਾ ਹੈ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਸਵਾਲ ਉੱਠ ਰਹੇ ਹਨ ਨਿਆਂ ਨੂੰ ਲੈ ਕੇ, ਇਨਸਾਫ ਨੂੰ ਲੈ ਕੇ। ਚਾਹੇ ਕਿਸਾਨ ਜਥੇਬੰਦੀਆਂ, ਚਾਹੇ ਵੱਖ-ਵੱਖ ਧਿਰਾਂ। ਜੇ ਆਪਾਂ ਗੱਲ ਕਰੀਏ ਭਾਜਪਾ ਦੇ ਵੀ ਵੱਡੇ ਹਿੱਸੇ ਵੱਲੋਂ, ਵਰਨ ਗਾਂਧੀ ਜਿਹੜੇ ਭਾਜਪਾ ਦੇ ਪਾਰਲੀਮੈਂਟ ਮੈਂਬਰ ਹੈ, ਉਹ ਵੀ ਭਾਜਪਾ ਦੀਆਂ ਨੀਤੀਆਂ ਤੇ ਬਹੁਤ ਵੱਡਾ ਸਵਾਲ ਉਠਾ ਰਹੇ ਹੈ। 15 ਨੂੰ ਕਿਸਾਨਾਂ ਵੱਲੋਂ ਪੁਤਲੇ ਸਾੜੇ ਜਾ ਰਹੇ ਹੈ, 18 ਨੂੰ ਰੇਲ ਰੋਕੋ ਅੰਦੋਲਨ ਹੈ। ਸਭ ਤੋਂ ਵੱਡੀ ਤੇ ਦੁਖਦਾਈ ਗੱਲ ਜਿਹੜੀ ਚੇਤੇ ਕਰਨ ਵਾਲੀ ਹੈ, ਜਿਹੜੇ ਕਿਸਾਨ ਸ਼ਹਾਦਤ ਦੇ ਗਏ ਹੈ, ਕੱਲ ਉਹਨਾਂ ਦੀ ਅੰਤਮ ਅਰਦਾਸ ਹੈ। ਇਹ ਸਾਰੇ ਮੁੱਦੇ ਤੇ ਮੇਰੇ ਨਾਲ ਪੈਨਲ ਜਿਹੜੀ ਬੇਨਤੀ ਪ੍ਰਵਾਨ ਕਰਕੇ ਸਾਡੇ ਮਹਿਮਾਨ ਜੁੜ ਚੁੱਕੇ ਹੈ। ਸੁਰਜੀਤ ਸਿੰਘ ਸਵੈਜ ਜੀ ਨੇ ਕਾਂਗਰਸ ਪਾਰਟੀ ਦੇ ਬੁਲਾਰੇ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਕੁਲਦੀਪ ਸਿੰਘ ਧਾਲੀਵਾਲ ਜੀ, ਪਹਿਲੀ ਵਾਰ ਆਪਣੇ ਚੈਨਲ ਤੇ ਆਏ ਆ, ਉਹਨਾਂ ਨੂੰ ਜੀ ਆਇਆਂ। ਇਸੇ ਤਰੀਕੇ ਨਾਲ ਸਾਡੇ ਨਾਲ ਤੀਜੇ ਮਹਿਮਾਨ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਨੇਤਾ ਜਿਹੜੇ ਕਿ ਪਿਛਲੇ 10 ਮਹੀਨਿਆਂ ਤੋਂ ਲੰਬੇ ਸਮੇਂ ਤੋਂ ਅੰਦੋਲਨ ਦੀ ਅਗਵਾਈ ਕਰਨ ਵਾਲੇ ਗਿਣੇ ਚੁਣੇ ਆਗੂਆਂ 'ਚ ਇੱਕ ਹੈ ਜਗਮੋਹਨ ਉੱਪਲ ਜੀ। ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ, ਚੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਉੱਪਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਲਖੀਮਪੁਰ ਖੀਰੀ ਜਿਹੜੇ ਕਿਸਾਨ ਸ਼ਹਾਦਤ ਦੇ ਗਏ ਹੈ, ਕੱਲ ਉਹਨਾਂ ਦੀ ਅੰਤਮ ਅਰਦਾਸ ਹੈ। ਇਸ ਮੌਕੇ ਤੇ ਬੇਸ਼ੱਕ ਅਦਾਲਤ ਨੇ ਇੱਕ ਜਿਹੜੀ ਕਾਰਵਾਈ ਅੱਜ ਕੀਤੀ ਹੈ, ਕੇਂਦਰੀ ਮੰਤਰੀ ਦਾ ਜਿਹੜਾ ਬੇਟਾ ਉਹਨੂੰ 3 ਦਿਨ ਦੇ ਲਈ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਇਹਦੇ ਬਾਵਜੂਦ ਬਹੁਤ ਵੱਡੇ ਖਦਸ਼ੇ ਤੇ ਸਵਾਲ ਨਿਆਂ ਨੂੰ ਲੈ ਕੇ ਉੱਠ ਰਹੇ ਹੈ। ਤੁਸੀਂ ਕਿਸਾਨ ਨੇਤਾ ਹੋ, ਜਿਹਨੂੰ ਕਹਿੰਦੇ ਸਾਰਾ ਦਰਦ ਪਿੰਡੇ ਤੇ ਹੰਢਾ ਰਹੇ ਹੋ, ਕਿਵੇਂ ਦੇਖਦੇ ਹੋ ਸਥਿਤੀ ਨੂੰ ਉੱਪਲ ਜੀ? ਦੇਖੋ ਜੀ,
ਇਹ ਬੇਹੁਦਾ ਸਿਆਸਤਦਾਨਾਂ ਵੱਲੋਂ ਬਹੁਤ ਹੀ ਮਤਲਬ ਦੁਰਘਟਨਾ ਜਿਹੜੀ ਹੈ ਦੁੱਖ ਭਰੀ ਹੋਈ ਆ। ਇਸ ਘਟਨਾ ਦੁੱਖ ਭਰੀ ਬੇਹੁਦਾ ਸ਼ਬਦ ਇਸ ਲਈ ਪਾਇਆ ਹੈ ਵੀ ਇਹ ਘਟਨਾ ਇਹਨੂੰ ਸ਼ਾਇਦ ਕਹਿਣਾ ਠੀਕ ਨਹੀਂਗਾ। ਇਹ ਮਤਲਬ ਇੱਕ ਸੋਚੀ ਸਕੀਮ ਅਧੀਨ ਕੀਤਾ ਗਿਆ ਔਰ ਜਿਨ੍ਹਾਂ ਲੋਕਾਂ ਨੇ ਕੀਤਾ, ਜਿਨ੍ਹਾਂ ਨੇ ਸਕੀਮ ਬਣਾਇਆ, ਉਹੀ ਮਤਲਬ ਮੁੱਖ ਰੂਪ ਦੇ ਵਿੱਚ ਇਸ ਵੇਲੇ ਰਾਜੇ ਨੇ, ਮਹਾਰਾਜੇ ਨੇ। ਤੇ ਜਦੋਂ ਕਿ ਇਹ ਜਿਹੜਾ ਲਾਅ ਐਂਡ ਆਰਡਰ ਦੀ ਸਮੱਸਿਆ ਹੁੰਦੀ ਹੈ, ਹੋਮ ਮਿਨਿਸਟਰ ਕੋਲ ਹੁੰਦੀ ਹੈ, ਹੋਮ ਮਿਨਿਸਟਰ ਹੋਮ ਮਿਨਿਸਟਰ ਕੇਂਦਰ ਦਾ ਹੋਵੇ ਤੇ ਉਹਦਾ ਬੇਟਾ ਇਹ ਕੁਛ ਕਰੇ ਜਾਂ ਉਹਦੀ ਅਗਵਾਈ ਵਿੱਚ ਹੋਰ ਗੁੱਡਿਆਂ ਨੂੰ ਨਾਲ ਲੈ ਕੇ ਕਰੇ, ਔਰ ਜਿਸ ਤਰ੍ਹਾਂ ਦੀ ਲੁਕਣਮੀਚੀ ਪਿਛਲੇ ਇੱਕ ਹਫ਼ਤੇ ਤੋਂ ਖੇਡੀ ਜਾ ਰਹੀ ਆ, ਇਹ ਸਪਸ਼ਟ ਆ ਵੀ ਇਹਦੀਆਂ ਜਿਹੜੀਆਂ ਤੱਦਾਂ ਨੇ, ਇਹ ਮੌਜੂਦਾ ਹਾਕਮ ਪਾਰਟੀ ਬੀਜੇਪੀ, ਜਿਹਦਾ ਰਵੱਈਆ ਤਾਨਾਸ਼ਾਹੀ ਆ ਔਰ ਕਿਸਾਨਾਂ ਨੂੰ ਕਿਸਾਨ ਨਾ ਸਮਝਣਾ ਲਗਾਤਾਰ ਤੇ ਚੱਲ ਰਿਹਾ ਹੈ, ਔਰ ਉਹਨਾਂ ਨੂੰ ਮਤਲਬ ਕਿਸੇ ਨਾ ਕਿਸੇ ਢੰਗ ਨਾਲ ਪਿਛਲਾ ਮੋੜਾ ਦੇਣਾ। ਜਦੋਂ ਇਹਨਾਂ ਦੇ ਸਾਰੇ ਹੀ ਇਹ ਮਾਓਵਾਦੀ ਕਹਿ ਚੁੱਕੇ, ਨਕਸਲਾਈਟ ਕਹਿ ਚੁੱਕੇ, ਅੱਤਵਾਦੀ ਕਹਿ ਚੁੱਕੇ, ਤੇ ਜਿਹੜਾ ਇਹਨਾਂ ਕੋਲ ਬਹੁਤ ਪੁਰਾਣੀ ਖੇਡ ਹੈ ਇੱਕ ਬੀਜੇਪੀ ਕੋਲ ਕਮਿਊਨਲ ਟੈਂਸ਼ਨ ਕ੍ਰੀਏਟ ਕਰੋ, ਇਹ ਇੱਕ ਅੰਗ ਸੀ ਜਿੱਥੇ ਬਹੁਤ ਹੀ ਮਿਨੋਰਟੀ ਦੇ ਵਿੱਚ ਸਾਡੇ ਕਿਸਾਨ ਭਰਾ ਤਰਾਈ ਦੇ ਇਲਾਕੇ ਦੇ ਵਿੱਚ ਬੈਠੇ ਨੇ, ਔਰ ਉੱਥੇ ਕੁਝ ਦਿਨ ਪਹਿਲਾਂ ਇਹ ਮਿਸ਼ਰਾ 100% ਗਿਲਟੀ ਜਾਂ ਦੋਸ਼ੀ ਕਰਾਰ ਹੋ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ, 5 ਦਿਨ ਪਹਿਲਾਂ ਹੀ ਉਹ ਉੱਥੇ ਇੱਕ ਬਕਾਇਦਾ ਮੀਟਿੰਗ ਵੱਡੀ ਕਰਕੇ ਗਿਆ ਔਰ ਉਹਨੇ ਕਿਹਾ ਵੀ ਇਹ ਜਿਹੜੇ ਲੋਕ ਇੱਥੇ ਬੈਠੇ ਨੇ, ਜਿਨ੍ਹਾਂ ਜ਼ਮੀਨਾਂ ਮਾਲੀ ਬੈਠੇ ਨੇ, ਜਿਹੜੇ ਕੋਠੀਆਂ ਪਾਈ ਬੈਠੇ ਨੇ, ਘਰ ਕਾਈ ਬੈਠੇ ਨੇ, ਇਹ ਸਾਰੇ ਇਹਨਾਂ ਨੂੰ ਇੱਥੋਂ ਭਜਾਵਾਂਗੇ ਔਰ ਤੁਹਾਨੂੰ ਦਵਾਂਗੇ, ਖਾਸ ਤੌਰ ਤੇ ਦਲਿਤ ਵੋਟ ਨੂੰ ਜਿੱਤਣ ਦੀ ਖਾਤਰ, ਔਰ ਦਲਿਤਾਂ ਨੂੰ ਵੀ ਤੁਹਾਡੇ ਵਿੱਚ ਵੰਡ ਦੇਵਾਂਗੇ। ਕਿੰਨੀਆਂ ਕੁ ਦਲਿਤਾਂ ਨੂੰ ਇੰਡੀਆ 'ਚ ਜ਼ਮੀਨਾਂ ਵੰਡੀਆਂ ਜਾ ਰਹੀਆਂ ਨੇ ਜਾਂ ਕਿੰਨੀਆਂ ਕੁ ਆਪਣੇ ਪੰਜਾਬ 'ਚ ਵੰਡੀਆਂ ਗਈਆਂ ਨੇ ਜਾਂ ਕਿੰਨੀਆਂ ਕੁ, ਉਹ ਤਾਂ ਇੱਕ ਵੱਖਰੀ ਗੱਲ ਹੈ ਗਰਾਊਂਡ ਲੈਵਲ ਤੇ ਰਿਐਲਿਟੀ। ਪਰ ਇਹ ਜਿਹੜੀ ਉਹ ਮਿਸ਼ਰਾ ਪੰਡਤ ਇੱਕ ਜਾਤ ਪਾਤ ਦੇ ਨਾਂ ਤੇ ਵੋਟ ਬਟੋਰੂ ਪਾਰਟੀਆਂ ਦਾ ਜਿਵੇਂ ਚੱਲਦਾ, ਤੇ ਖਾਸ ਤੌਰ ਤੇ ਬੀਜੇਪੀ ਦਾ ਵਿਰੋਧੀ ਨਾਲ ਉਹਨੇ ਕੀਤਾ, ਦੋ ਪੱਤੇ ਖੇਡੇ, ਜਾਤ ਪਾਤ ਵਾਲਾ ਵੀ ਤੇ ਦੂਜਾ ਇੱਕ ਮਤਲਬ ਰਿਲੀਜਨ ਵਾਲਾ ਵੀ, ਹਿੰਦੂ ਸਿੱਖ ਵਾਲਾ ਵੀ। ਉਹਦੇ ਤੋਂ ਬਾਅਦ ਬੜੀ ਸ਼ਾਂਤੀਪੂਰਨ ਤਰੀਕੇ ਨਾਲ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਬੀਜੇਪੀ ਦੇ ਜਿਹੜੇ ਪ੍ਰਮੁੱਖ ਆਗੂ ਨੇ ਉਹਨਾਂ ਨੂੰ ਅਸੀਂ ਉਹਨਾਂ ਦੇ ਆਪਦੇ ਵਿਚਾਰ ਲੋਕਾਂ 'ਚ ਦੱਸਣ ਆਉਣ ਲਈ ਨਹੀਂ ਆਉਣ ਦੇਣਾ, ਅਸੀਂ ਉਹਨਾਂ ਨੂੰ ਕਾਲੇ ਝੰਡੇ ਦਿਖਾਵਾਂਗੇ, ਉਹਨਾਂ ਦਾ ਵਿਰੋਧ ਕਰਾਂਗੇ। ਅਸੀਂ ਕੋਈ ਉਹਨਾਂ ਨੂੰ ਬੰਨ੍ਹ ਕੇ ਨਹੀਂ ਬਿਠਾਉਣਾ, ਅਸੀਂ ਉਹਨਾਂ ਨੂੰ ਕਾਲੇ ਝੰਡੇ ਦਿਖਾਵਾਂਗੇ, ਵਿਰੋਧ ਕਰਾਂਗੇ। ਤਾਂ ਉੱਥੇ ਜਿੱਥੇ ਹੈਲੀਪੈਡ ਸੀ, ਇਲਾਕੇ ਦੇ ਲੋਕ ਇਕੱਠੇ ਹੋਏ, ਖਾਸ ਤੌਰ ਤੇ ਸਾਡੇ ਸਤਿਕਾਰਯੋਗ ਤਜਿੰਦਰ ਸਿੰਘ ਵਿਰਕ, ਜਿਹੜੇ ਇਸ ਵੇਲੇ ਜ਼ਿੰਦਗੀ ਮੌਤ ਦੇ ਵਿੱਚ ਵਿਦਾਂਤਾ ਹਸਪੀਟਲ 'ਚ ਪਏ ਨੇ, ਜਿਨ੍ਹਾਂ ਦੀ ਹੈਡ ਇੰਜਰੀ ਹੋਈ ਆ। ਉਹ ਸਾਡੇ ਲੀਡਰ ਨੇ, ਬਹੁਤ ਪੁਰਾਣੇ, 14-15 ਸਾਲ ਤੋਂ ਮੈਂ ਜਾਣਦਾ, ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਤਰਾਈ ਇਲਾਕੇ ਤੋਂ ਵਰਕਿੰਗ ਕਮੇਟੀ ਮੈਂਬਰ ਨੇ, ਬਹੁਤ ਅੱਛੀ ਜਥੇਬੰਦੀ ਉਹਨਾਂ ਦੀ ਯੂਪੀ ਤੇ ਨਾਲ ਤਰਾਈ ਦੇ ਦੂਸਰੇ ਇਲਾਕੇ ਦੇ ਵਿੱਚ। ਉਹਨਾਂ ਟਾਰਗੇਟ ਸੀ, ਉਹ ਅੱਗੇ ਲੱਗਾ ਸੀ, ਜਿਸ ਲਾਈਨ 'ਚ ਅੱਗੇ ਲੱਗਿਆ ਸੀ ਉਸੇ ਲਾਈਨ 'ਚ ਇਹ ਕਾਰ ਆਈਆਂ ਨੇ। ਉਹਨਾਂ ਨੂੰ ਉਹ ਡਿੱਗ ਗਿਆ ਪਿਛਲੇ ਪਾਸੇ ਨੂੰ, ਉਹਦੇ ਸਿਰ 'ਚ ਲੱਗ ਗਈ, ਥੱਲੇ ਹੋਰ ਮੋਢਿਆਂ ਗੋਡਿਆਂ ਤੇ ਬਹੁਤ ਜ਼ਿਆਦੀਆਂ ਲੱਗੀਆਂ, ਹੈਡ ਇੰਜਰੀ ਹੋ ਗਈ, ਕੁਛ ਨੂੰ ਦਰੜ ਗਏ, ਕੁਛ ਇੱਕ ਅੱਧੀ ਜੀਭ ਡਿੱਗ ਗਈ, ਕੁਛ ਇਹ ਸੁਭਾਵਿਕ ਤੌਰ ਤੇ ਮੈਨੂੰ ਮੰਨਣ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਆਗੂਆਂ ਉੱਤੇ ਇਸ ਢੰਗ ਨਾਲ, ਇੱਕ ਅੱਜ ਪੱਤਰਕਾਰ ਤੁਹਾਡੇ ਵਰਗਾ ਚੰਗਾ ਲੋਕ ਪੱਖੀ ਦਿਖਾ ਰਿਹਾ ਸੀ ਵੀ ਉਸ ਸੜਕ ਤੇ 20-30 ਕਿਲੋਮੀਟਰ ਤੋਂ ਵੱਧ ਕਾਰ ਚੱਲ ਹੀ ਨਹੀਂ ਸਕਦੀ, ਪਰ ਇਹਨੇ 100 ਤੋਂ ਉੱਪਰ ਤੇਜ਼ ਗੱਡੀਆਂ ਸਨ। ਉਹਦੇ ਗੱਡੀਆਂ ਆਪਣੇ ਆਪ ਉਲਟੀਆਂ ਨੇ, ਉਸ ਉਲਟੀ ਹੋਈ ਗੱਡੀ ਨੂੰ ਅੱਗ ਲਾ ਦਿੱਤੀ, ਕਿਸੇ ਸਾਡੇ ਬੰਦੇ ਨੇ ਲਾ ਦਿੱਤੀ ਹੋਊਗੀ, ਇਹ ਵੀ ਸੁਭਾਵਿਕ ਆ ਗੁੱਸੇ ਜਾ ਕੇ, ਜਾਂ ਕੋਈ 2-4 ਹੋਣਗੇ ਉਹਨਾਂ ਨੇ ਡਾਂਗਾਂ ਲਾ ਦਿੱਤੀਆਂ ਹੋਣਗੀਆਂ। ਤਾਂ ਇਹ ਇੱਕ ਰਿਟੈਲੀਏਸ਼ਨ 'ਚ ਹੋਣਾ ਸੁਭਾਵਿਕ ਸੀ। ਇਹ ਸਾਰੀ ਘਟਨਾ ਵਾਪਰੀ, ਔਰ ਇਹ ਘਟਨਾ ਉਸ ਸਮੇਂ ਵਾਪਰੀ ਜਿਸ ਤੋਂ ਕੁਝ ਦਿਨ ਪਹਿਲਾਂ ਰਾਜ ਮੰਤਰੀ ਇਸ ਗੁੰਡਾ ਜਿਹੜਾ ਮੁੱਖ ਦੋਸ਼ੀ ਆ, ਉਹਦਾ ਬਾਪ ਇਸ ਕਿਸਮ ਦੀ ਉੱਥੇ ਕਾਨਫਰੰਸ ਕਨਵੈਨਸ਼ਨ ਕਰਕੇ ਲੋਕਾਂ ਨੂੰ ਮਤਲਬ ਬਹੁਤ ਜ਼ਿਆਦਾ ਉਹ ਕਰਕੇ ਜਾਂਦਾ ਹੈ ਉਕਸਾਹਟ ਦੇ ਵਿੱਚ ਕਿ ਆਪਾਂ ਉਹ ਬਦਲਾ ਲੈਣਾ ਜਾਂ ਆਪਾਂ ਇਹਨਾਂ ਨਾਲ ਦੁਸ਼ਮਣੀ ਕਮਾਉਣੀ ਆ। ਉਸੇ ਸਮੇਂ ਹੀ ਜਾਣੀ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਜੀ ਵੀ ਕਹਿੰਦੇ ਨੇ ਵੀ ਡਾਂਗਾ ਚੱਕ ਲਓ ਔਰ ਜੇਲ੍ਹ ਚਲੇ ਜਾਓਗੇ 5-6 ਮਹੀਨੇ 7 ਮਹੀਨੇ, ਲੀਡਰ ਬਣ ਕੇ ਨਿਕਲੋਗੇ, ਇਹਨਾਂ ਨੂੰ ਨਿਬੜੋ, ਇਹਨਾਂ ਨੂੰ ਭਜਾਓ ਹਰਿਆਣੇ 'ਚੋਂ, ਬਾਰਡਰਾਂ ਤੋਂ। ਔਰ ਇਸ ਤਰ੍ਹਾਂ ਦਾ ਮਤਲਬ ਕਿੱਥੇ ਹਰਿਆਣੇ ਦਾ ਮੁੱਖ ਮੰਤਰੀ, ਕਿੱਥੇ ਯੂਪੀ ਦੀ ਘਟਨਾ, ਇਹ ਲੱਗਦਾ ਹੈ ਵੀ ਬੀਜੇਪੀ ਦੀ ਸੈਂਟਰ ਲੈਵਲ ਤੋਂ ਆਰਐਸਐਸ ਨਾਲ ਮਿਲ ਕੇ ਕੋਈ ਪਲਾਨ ਜੀ। ਉੱਪਲ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ ਜੀ। ਉੱਪਲ ਜੀ
ਜਾਣਦੀਆਂ ਸਾਰਿਆਂ ਜੀ ਉੱਪਰ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ ਕਿ ਜਿੱਦਾਂ ਦੀ ਮੰਦਭਾਗੀ ਘਟਨਾ ਵਾਪਰੀ ਹੈ, ਤੁਸੀਂ ਉਹਨੂੰ ਜਿਸ ਤਰ੍ਹਾਂ ਵਿਆਖਿਆ ਕੀਤੀ ਹੈ, ਸਾਰਾ ਕੁਝ ਦੱਸਿਆ ਕਿ ਕਿਉਂ ਵਾਪਰਿਆ ਹੈ ਸਾਰਾ ਕੁਝ। ਆਪਾਂ ਇਸ ਮੁੱਦੇ ਤੇ ਸਾਡੇ ਨਾਲ ਧਾਲੀਵਾਲ ਸਾਹਿਬ ਭਾਜਪਾ ਵੱਲੋਂ ਜੁੜੇ ਹੋਏ ਹੈ। ਜੀ 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 ਉੱਪਰ ਜੀ। ਸਭ ਤੋਂ ਪਹਿਲਾਂ ਉਹਨਾਂ ਜਿਹੜੇ 5 ਸ਼ਹੀਦ ਨੇ ਉਹਨਾਂ ਨੂੰ ਸਿਮਰਨ ਹੁੰਦਾ, ਉਹਨਾਂ ਅੱਗੇ ਸਿਰ ਝੁਕਾਉਣਾ, ਜਿਨ੍ਹਾਂ ਨੇ ਬਸ ਇਸ ਕਿਸਾਨੀ ਘੋਲ ਲਈ ਉਹ ਸਾਡੇ 5 ਜਿਹੜੀਆਂ ਅਸੀਂ ਨੀਹਾਂ ਬਣਾ ਲਈਆਂ ਨੇ 1 ਸਾਲ ਦੇ ਵਿੱਚ, ਉਹ ਕੰਧਾਂ ਕਰ ਲਈਆਂ ਨੇ, ਉਹ ਪਿਲਰ ਨੇ ਜਿਹਦੇ ਤੇ ਲੈਂਟਰ ਪਊਗਾ। ਔਰ ਕਿਸਾਨ ਉਹਨਾਂ ਦੀਆਂ ਮਸ਼ਹਾਦਤਾਂ ਸਦਕਾ ਹੀ ਕਿਸਾਨ ਕੋਲ ਜਿੱਤ ਦੀਆਂ ਬਰੂਹਾਂ ਤੇ ਪਹੁੰਚੂਗਾ, ਜਿੱਤੂਗਾ। ਜੀ ਆ ਗਈ ਤੁਹਾਡੀ ਗੱਲ। ਜਿਹੜੀ ਧਾਲੀਵਾਲ ਸਾਹਿਬ ਸਿੱਧੇ ਤੌਰ ਤੇ ਜਿਹੜਾ ਜਿਸ ਤਰ੍ਹਾਂ ਉੱਪਲ ਸਾਹਿਬ ਨੇ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਜਿਸ ਤਰੀਕੇ ਨਾਲ ਉਹਨਾਂ ਨੇ ਭੜਕਾਊ ਭਾਸ਼ਣ ਦਿੱਤੇ, ਉਸ ਤੋਂ ਪਹਿਲਾਂ ਉਹਨਾਂ ਦੇ ਬੇਟੇ ਦੀ ਕਾਰਵਾਈ, ਜਿੱਦਾਂ ਆਪਾਂ ਸਾਰੇ ਪਿਛਲੇ ਦਿਨਾਂ ਤੋਂ ਇਹੀ ਸਾਰਾ ਕੁਝ ਡਿਬੇਟਾਂ 'ਚ ਤੇ ਹੋਰ ਸਾਰੇ ਮੀਡੀਆ 'ਚ ਚਰਚਾ 'ਚ ਹੈਗਾ। ਉਹਨਾਂ ਦਾ ਕਹਿਣਾ ਕਿ ਸਾਰਾ ਕੁਝ ਇਸੇ ਕਰਕੇ ਵਾਪਰਿਆ, ਪਰ ਸ਼ਹਾਦਤ ਅਜਾਈ ਨਹੀਂ ਜਾਏਗੀ। ਇਹ ਸਾਡੇ ਥੰਮ ਹੈ, ਇਹਨਾਂ ਦੇ ਸਿਰ ਤੇ ਜਿਹੜੀ ਲੜਾਈ ਹੈ ਉਹ ਜਿੱਤੀ ਜਾਏਗੀ ਜੋ ਕੁਝ ਵਾਪਰਿਆ। ਔਰ ਭਲਕੇ ਜਿਹੜਾ ਗਾ ਲਖੀਮਪੁਰ ਦੇ ਵਿੱਚ ਸ਼ਹਾਦਤ ਦੇ ਗਏ ਜਿਹੜੇ ਕਿਸਾਨ ਹੈ ਉਹਨਾਂ ਦੀ ਅੰਤਮ ਅਰਦਾਸ ਹੈ। ਜੀ ਕੁਲਦੀਪ ਜੀ। ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਘਟਨਾ ਹੋਈ ਹੈ ਇਹ ਲਖੀਮਪੁਰ ਖੀਰੀ ਦੀ, ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਔਰ ਇਸ ਘਟਨਾ ਦੀ ਮੈਂ ਨਿੰਦਿਆ ਕਰਦਾ, ਔਰ ਮੈਂ ਇਹ ਸਮਝਦਾ ਕਿ ਇਹ ਘਟਨਾ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਵੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ। ਘਟਨਾ ਤਾਂ ਚਲੋ ਜੋ ਹੋ ਗਈ, ਆਪਾਂ ਨੂੰ ਉਸ ਤੋਂ ਬਾਅਦ ਉਸ ਦੇ ਦਾਇਰੇ 'ਚ ਰਹਿਣਾ ਚਾਹੀਦਾ ਕਿ ਇਹ ਘਟਨਾ ਹੋ ਗਈ ਹੈ ਤੇ ਕਿਸ ਤਰੀਕੇ ਦੇ ਨਾਲ ਉਸ ਨੂੰ ਦੇਖਣਾ ਹੈ। ਔਰ ਬਾਕੀ ਜਿਹੜੀ ਦੂਜੀ, ਮੈਂ ਇਸ ਗੱਲ ਨੂੰ ਵੀ ਮਨੁੱਖਤਾ ਤੋਂ ਸ਼ਰਮਸਾਰ ਕਰਨ ਵਾਲਾ ਕਹਿਣਾ, ਜਿਹੜਾ ਇਸ ਦੇ ਸਾਰੇ ਜਿੰਨੇ ਵੀ ਪੀੜਤ ਹੈ ਉਹਨਾਂ ਦੀ ਗੱਲ ਕਦੇ ਨਹੀਂ ਹੁੰਦੀ। ਹੁਣੇ ਵੀ ਉੱਪਲ ਸਾਹਿਬ ਗੱਲ ਕਰ ਰਹੇ ਸੀ ਤਾਂ ਜਿਹੜੀਆਂ 4-5 ਮੌਤਾਂ ਦੀ ਗੱਲ ਕਰ ਰਹੇ ਸੀ, ਜਿਹੜੀਆਂ 8 ਮੌਤਾਂ ਪ੍ਰੋਪਰ ਹੋਈਆਂ ਉਹ ਸਾਰੇ ਕਿਸੇ ਮਾਵਾਂ ਦੇ ਪੁੱਤ ਸੀ। ਉਹ ਘਟਨਾ ਲਈ ਜ਼ਿੰਮੇਵਾਰ ਕੌਣ ਹੈ, ਕਿਸੇ ਦੇ ਦੋਸ਼ ਲਾਉਣਾ ਇੱਕ ਵੱਖਰੀ ਗੱਲ ਹੈ, ਪਰ ਸਿਰਫ ਕੁਝ ਬੰਦਿਆਂ ਨੂੰ ਟਾਰਗੇਟ ਕਰਕੇ ਤੇ ਇੱਕ ਪਾਸੇ ਦੀ ਗੱਲ ਰੱਖ ਦੇਣੀ, ਇਹ ਵੀ ਮੇਰੇ ਖਿਆਲ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ। ਔਰ ਇਸ ਗੱਲ ਦਾ ਆਪ ਹੀ ਜੱਜ ਬਣ ਕੇ ਕਹਿ ਦੇਣਾ ਕਿ ਇਹ ਸ਼ਾਇਦ ਰਿਟੈਲੀਏਸ਼ਨ 'ਚੋਂ ਵਾਪਰਿਆ ਹੋਏਗਾ ਕਿਸੇ ਨੂੰ, ਉਹ ਸ਼ਰੇਆਮ ਵੀਡੀਓ ਨੇ। ਜੇ ਗੱਡੀ ਨੂੰ ਦਰੜਦੇ, ਕੁਝ ਲੋਕਾਂ ਨੂੰ ਦਰੜਿਆਂ ਦੀ ਸ਼ਰੇਆਮ ਵੀਡੀਓ ਹੈ, ਤੇ ਗੱਡੀ 'ਚੋਂ ਕੱਢ ਕੇ ਲੋਕਾਂ ਨੂੰ ਮਾਰਦਿਆਂ ਦੀ ਵੀ ਸ਼ਰੇਆਮ ਵੀਡੀਓ ਹੈ। ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਔਰ ਇਸ ਮੌਕੇ ਤੇ ਜਿਹੜਾ ਇਹ ਕੰਮ ਯੋਗੀ ਸਾਹਿਬ ਨੇ ਕੀਤਾ, ਆਪਾਂ ਉਹ ਲੋਕ ਹੈ ਉਸ ਦੇਸ਼ 'ਚ ਰਹਿੰਦੇ ਆ ਜਿੱਥੇ ਇਹ ਕਿਹਾ ਗਿਆ ਸੀ ਕਿ ਜਬ ਇੱਕ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਉਸ ਬੰਦੇ ਨੂੰ ਭਾਰਤ ਰਤਨ ਦਿੱਤਾ ਗਿਆ। ਇਹ ਉਹ ਦੇਸ਼ ਹੈ ਜਿੱਥੇ ਅਸੀਂ ਕਿਸੇ ਐਮਐਲਏ ਆਪਾਂ ਦੇਖੋ ਮੈਨੂੰ ਪੂਰੀ ਗੱਲ ਕਰ ਰਿਹਾ, ਮੇਰੀ ਗੱਲ ਨੂੰ ਆਪਾਂ ਉਹਦੇ ਨਾਲ ਜਸਟੀਫਾਈ ਤਾਂ ਨਹੀਂ ਕਰ ਸਕਦੇ। ਨਹੀਂ, ਜਸਟੀਫਾਈ ਨਹੀਂ ਮੈਂ ਕਰ ਰਿਹਾ, ਮੈਨੂੰ ਪੂਰਾ ਕਰਨ ਦਿਓ। ਅਸੀਂ ਉਹੀ ਲੋਕ ਹੈ, ਜੇ ਸਾਨੂੰ ਪਤਾ ਵੀ ਕਿਸੇ ਇੱਕ ਐਮਐਲਏ ਦਾ ਕੋਈ ਗੁਰਗਾ ਵੀ ਸ਼ਾਮਲ ਹੁੰਦਾ ਨਾ ਕਿਸੇ ਗੱਲ ਦੇ ਵਿੱਚ ਤਾਂ ਉਹ ਤੇ ਪਰਚਾ ਨਹੀਂ ਹੁੰਦਾ। ਇੱਥੇ ਗ੍ਰਹਿ ਮੰਤਰੀ ਦੇ ਮੁੰਡੇ ਤੇ ਉਂਗਲ ਉੱਠੀ ਤਾਂ ਯੋਗੀ ਜੀ ਨੇ 302 ਦੇ ਪਰਚਾ ਦਰਜ ਕਰਕੇ ਬੰਦਾ ਅੰਦਰ ਕਰਤਾ। ਔਰ ਹਜੇ ਵੀ ਆਪਾਂ ਜੇ ਸ਼ੱਕ ਕਰ ਰਹੇ ਹਾਂ, ਅੱਜ ਅਜੇ ਸ਼ੱਕ ਦੇ ਦਾਇਰੇ 'ਚ ਹੈ, ਤੇ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਸਾਡਾ ਕੋਈ ਵਿਰੋਧ ਘ੍ਰਿਣਾ ਦੇ ਲੈਵਲ ਤੇ ਚਲਾ ਗਿਆ। ਅਸੀਂ ਕਿਸੇ ਵੀ ਗੱਲ ਨੂੰ, ਸਰਕਾਰ ਦੀ ਕਿਸੇ ਵੀ ਗੱਲ ਨੂੰ ਵਿਸ਼ਵਾਸ ਕਰਨਾ ਨਹੀਂ ਚਾਹੁੰਦੇ। ਸਰਕਾਰ ਯੋਗੀ ਜੀ ਨੇ ਪਹਿਲੇ ਦਿਨ ਹੀ ਇਸ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਂਦਾ, ਰਾਜਨੀਤਿਕ ਲੋਕਾਂ ਨੂੰ ਪਾਸੇ ਕੀਤਾ ਔਰ ਸਿੱਧਾ ਕਿਸਾਨਾਂ ਨਾਲ ਬੈਠ ਕੇ, ਮਾਣਯੋਗ ਟਕੈਤ ਜੀ ਨਾਲ ਬੈਠ ਕੇ ਮਸਲੇ ਦਾ ਹੱਲ ਕੀਤਾ ਔਰ ਟਾਈਮ ਦਿੱਤਾ, ਟਾਈਮ ਬਾਉਂਡ ਕੀਤਾ। ਇਹ ਕੋਈ ਬਰਗਾੜੀ ਵਾਲੇ ਮਸਲੇ ਵਾਂਗੂ ਹੋਇਆ ਨਹੀਂ ਕੰਮ ਵੀ ਟਾਈਮ ਨਹੀਂ ਬਾਉਂਡ, 4.5 ਸਾਲਾਂ 'ਚ ਵੀ ਇਨਸਾਫ ਨਹੀਂ ਮਿਲਿਆ। ਉਹਨੇ 12 ਦਿਨਾਂ 'ਚ ਟਾਈਮ ਬਾਉਂਡ ਕਰਕੇ ਰਿਜ਼ਲਟ ਦਿੱਤਾ। ਇਹ ਗੱਲ ਸਾਨੂੰ ਮੰਨਣੀ ਪਊਗੀ ਅੱਜ। ਜੀ ਜੀ ਧਾਲੀਵਾਲ ਸਾਹਿਬ, ਬਿਲਕੁਲ ਜਿਹੜਾ ਤੁਹਾਡਾ ਵਿਊ ਪੁਆਇੰਟ ਤਾਂ ਆ ਹੀ ਗਿਆ, ਪਰ ਇੱਕ ਸਵਾਲ ਜਿਹੜਾ ਉੱਠ ਰਿਹਾ, ਇਹ ਕੋਈ ਵਿਰੋਧੀ ਨਹੀਂ ਠਾ ਰਿਹਾ, ਆਪਣੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਹੈ ਵਰੁਣ ਗਾਂਧੀ, ਉਹਦਾ ਮੀਡੀਆ 'ਚ ਹੈ ਕਿ ਇਸ ਨੂੰ ਹਿੰਦੂ ਸਿੱਖ ਦੀ ਜਿਹੜੀ ਘਟਨਾ ਦੇ ਤੌਰ ਤੇ ਰੰਗਤ ਨਹੀਂ ਦੇਣੀ ਚਾਹੀਦੀ, ਇਹ ਬਹੁਤ ਖਤਰਨਾਕ ਰੁਝਾਨ ਹੈ। ਇਹ ਹੁਣ ਮੈਨੂੰ ਨਹੀਂ ਪਤਾ, ਇਹਦਾ ਵਰੁਣ ਗਾਂਧੀ ਦਾ ਬਿਆਨ ਹੈ, ਮੈਂ ਤੁਹਾਡੇ ਅੱਗੇ ਪਾਕੀ ਰੱਖ ਰਿਹਾ। ਵਰੁਣ ਗਾਂਧੀ ਦੀ ਜਿੱਥੋਂ ਤੱਕ ਸਵਾਲ, ਉਹਦੇ ਕਿਸੇ ਵੀ ਸਟੇਟਮੈਂਟ ਦੀ ਮੈਂ ਤੁਹਾਨੂੰ ਸਪਸ਼ਟ ਤੁਹਾਡੇ ਦਰਸ਼ਕਾਂ ਨੂੰ ਕਰ ਦੇਣਾ ਚਾਹਣਾ ਕਿ ਵਰੁਣ ਗਾਂਧੀ ਔਰ ਵਰੁਣ ਗਾਂਧੀ ਦੇ ਮਾਤਾ ਜੀ ਜਿਹੜਾ ਹੈਗਾ ਅੱਜ ਕੱਲ ਭਾਰਤੀ ਜਨਤਾ ਪਾਰਟੀ ਨਾਲੋਂ ਵੱਖਰੇ ਵਿਚਾਰ ਰੱਖਦੇ ਆ। ਉਹਨਾਂ ਦਾ ਆਪਦਾ ਵਿਚਾਰ ਹੈ, ਪਾਰਟੀ ਦਾ ਮਤ ਨਹੀਂ ਹੈ। ਤੇ ਦੂਜੀ ਗੱਲ ਜਿਹੜੀ ਹਿੰਦੂ ਸਿੱਖ ਦੀ ਗੱਲ ਹੈ, ਉਹ ਉੱਪਲ ਸਾਹਿਬ ਨੇ ਪਹਿਲਾਂ ਹੀ ਕਰਤੀ ਜਦੋਂ ਕਹਿ ਰਹੇ ਸੀਗੇ ਕਿ ਇੱਥੇ ਘੱਟ ਗਿਣਤੀ ਕਿਸਾਨ ਰਹਿੰਦੇ ਆ। ਉਹ ਕਿਸਾਨ ਤਾਂ ਸਾਰੇ ਘੱਟ ਗਿਣਤੀ ਕਿਸਾਨ, ਤੇ ਕਿਸਾਨ ਦਾ ਕੀ ਮਤਲਬ ਹੈ?
ਮਤਲਬ ਆਪਾਂ ਆਪ ਹੀ ਖੁਦ ਇਸ ਤਰ੍ਹਾਂ ਦੀਆਂ ਗੱਲਾਂ ਉਠਾ ਰਹੇ ਹਾਂ ਤਾਂ ਉਹਨਾਂ ਗੱਲਾਂ ਨੂੰ ਜ਼ਰੂਰ ਬਚਣਾ ਚਲੋ। ਪਊਗਾ। ਓਕੇ ਓਕੇ, ਥੈਂਕ ਯੂ ਵੈਰੀ ਮਚ ਕੁਲਦੀਪ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆ ਕਾਂਗਰਸ ਦੇ ਬੁਲਾਰੇ। ਸਵੈ ਸਾਹਿਬ, ਇਸ ਮੁੱਦੇ ਤੇ ਤੁਸੀਂ ਉੱਪਲ ਸਾਹਿਬ ਨੂੰ ਵੀ ਸੁਣਿਆ, ਧਾਲੀਵਾਲ ਸਾਹਿਬ ਨੂੰ ਵੀ ਸੁਣਿਆ, ਉਹਨਾਂ ਨੇ ਕਿਹਾ ਵੀ ਕਿਉਂ ਸ਼ੱਕ ਦੇ ਦਾਇਰੇ 'ਚ ਗੱਲਾਂ ਕੀਤੀਆਂ ਜਾ ਰਹੀਆਂ ਜਦੋਂ ਕਿ ਉੱਥੋਂ ਦੀ ਜਿਹੜੀ ਹਾਕਮ ਧਿਰ ਹੈ, ਮੁੱਖ ਮੰਤਰੀ ਜੋਗੀ ਜਾਂ ਦੂਜੀ ਜਿਹੜੀ ਸਰਕਾਰ ਦੇ ਨੁਮਾਇੰਦੇ ਹੈਗੇ ਆ, ਉਹ ਇਨਸਾਫ ਦੇ ਲਈ ਜਿਸ ਤਰੀਕੇ ਨਾਲ ਕੇਸ ਦੀਆਂ ਸਾਰੀਆਂ ਤੰਦਾਂ ਖੋਲੀਆਂ ਜਾ ਰਹੀਆਂ, ਦੋਸ਼ੀਆਂ ਨੂੰ ਜਿਹੜਾ ਦਾਇਰੇ 'ਚ ਖੜਾ ਕੀਤਾ ਜਾਏਗਾ, ਜਾਣ ਬੁੱਝ ਕੇ ਇਸ ਮਾਮਲੇ ਨੂੰ ਰਾਜਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਸਵੈ ਸਾਹਿਬ। ਸਰ, ਪਹਿਲੀ ਗੱਲ ਤਾਂ ਜਿਵੇਂ ਉੱਪਲ ਸਾਹਿਬ ਨੇ ਵੀ ਕਿਹਾ ਹੈ, ਤੇ ਹੁਣ ਇਹ ਗੱਲ ਜੱਗ ਜ਼ਾਹਰ ਹੁੰਦੀ ਜਾ ਰਹੀ ਹੈ ਡੇ ਬਾਈ ਡੇ ਕਿ ਇਹ ਘਟਨਾ ਬੜੀ ਪਲਾਨ ਤਰੀਕੇ ਨਾਲ ਸਾਜ਼ਿਸ਼ ਰਚ ਕੇ ਕੀਤੀ ਗਈ ਹੈਗੀ ਹੈ। ਇਹਦਾ ਜਿਹੜਾ ਉਦੇਸ਼ ਸੀ, ਇਹਨਾਂ ਦਾ ਦੋ ਉਦੇਸ਼ ਸੀਗੇ। ਇੱਕ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਯੂਪੀ ਦੇ ਵਿੱਚ ਜਿਹੜਾ ਕਮਿਊਨਲ ਆਪਸ ਦੇ ਵਿੱਚ ਡਿਫਰੈਂਸਿਸ ਕਰਕੇ ਉਹ ਈਵਨ ਕਿ ਰਾਈਟਸ ਤੱਕ ਵੀ ਕਰਨ ਦੀ ਜਿਹੜੀ ਹੈਗੀ ਇਹਨਾਂ ਦੀ ਕੋਸ਼ਿਸ਼ ਸੀਗੀ ਇਹ। ਦੂਜਾ ਕਿ ਦਮਨ ਨਾਲ, ਧੱਕੇ ਨਾਲ, ਜ਼ੋਰ ਨਾਲ ਕਿਸਾਨੀ ਸੰਘਰਸ਼ ਨੂੰ ਖਤਮ ਕੀਤਾ ਜਾਵੇ। ਇਹ ਸਾਜ਼ਿਸ਼ ਦੇ ਤਹਿਤ ਇਹ ਘਿਨਾਉਣਾ ਜਿਹੜੀ ਹੈਗਾ ਕੰਮ ਕੀਤਾ ਗਿਆ, ਘਿਨਾਉਣੀ ਹਰਕਤ ਕੀਤੀ ਗਈ ਹੈਗੀ ਹੈ। ਜਿਹੜੇ ਲੋਕੀ ਜਾ ਰਹੇ ਸੀ, ਆਰਾਮ ਨਾਲ ਜਾ ਰਹੇ ਸੀ, ਉਹਦੇ ਪਿੱਛੋਂ ਜਿਹੜੇ ਕਿਸਾਨਾਂ 'ਤੇ ਜਿਵੇਂ ਗੱਡੀਆਂ ਚੜ੍ਹੀਆਂ ਆਪਾਂ ਸਾਰਿਆਂ ਨੇ ਦੇਖ ਚੁੱਕੇ ਹੈਗੇ ਆ, ਤੇ ਕਿਵੇਂ ਕਤਲ ਹੋਏ ਨੇ ਇਹ ਵੀ ਆਪਾਂ ਦੇਖ ਚੁੱਕੇ ਹੈਗੇ ਆ। ਤੇ ਦੂਜੀ ਗੱਲ ਜਿਹੜੀ ਧਾਲੀਵਾਲ ਸਾਹਿਬ ਕਹਿ ਰਹੇ ਨੇ ਕਿ ਜਿਹੜੀ ਦੂਜੀ ਘਟਨਾ ਹੈਗੀ ਹੈ ਉਹ ਸ਼ਰਮਸਾਰ ਵਰ ਕਰਨ ਵਾਲੀ ਹੈਗੀ ਹੈ, ਬਿਲਕੁਲ ਗਲਤ ਕਹਿ ਰਹੇ ਨੇ, ਬਿਲਕੁਲ ਤਰਕਹੀਣ ਗੱਲ ਹੈਗੀ ਇਹ। ਜਦੋਂ ਤੁਸੀਂ ਆਰਾਮ ਨਾਲ, ਸ਼ਾਂਤੀ ਨਾਲ ਜਾਂਦਿਆਂ ਦੇ ਕਿਸਾਨਾਂ ਦੇ ਪਿੱਛੋਂ ਗੱਡੀਆਂ ਚੜਾਓਗੇ, ਉਹਨਾਂ ਨੂੰ ਕੁਚਲੋਗੇ, ਕਤਲ ਕਰੋਗੇ, ਤੇ ਉੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਹੋਣ ਤੇ ਉੱਥੇ ਕੋਈ ਰਿਟੈਲੀਏਸ਼ਨ ਨਾ ਹੋਵੇ, ਇਹ ਹਿਊਮਨ ਨੇਚਰ ਹੈਗੀ ਜੀ, ਇਹ ਸੁਭਾਵਿਕ ਹੈਗੀ ਹੈ। ਈਵਨ ਕਿ ਮੈਂ ਕਹਿੰਦਾ ਧਾਲੀਵਾਲ ਸਾਹਿਬ ਤੇ ਵੀ ਜੇ ਕੋਈ ਪਿੱਛੋਂ ਗੱਡੀ ਚੜਾਏਗਾ ਨਾ ਜੀ, ਇਹਨਾਂ ਨੂੰ ਕਿੰਨਾ ਗੁੱਸਾ ਆ ਗਿਆ, ਕੀ ਹਰਕਤ ਕਰਨੇ, ਕੀ ਰਿਐਕਟ ਕਰਨਗੇ, ਇਹ ਆਪ ਭਲੀਭਾਂਤ ਜਾਣਦੇ ਨੇ। ਸੋ ਬਾਅਦ ਦੀ ਘਟਨਾ ਨੂੰ ਪਹਿਲੀ ਘਟਨਾ ਨਾਲ ਦਾ ਮੁਕਾਬਲਾ ਕਰਨਾ ਤੇ ਬਾਅਦ ਦੀ ਘਟਨਾ ਨੂੰ ਸ਼ਰਮਸਾਰ ਕਰਨਾ ਬਿਲਕੁਲ ਗਲਤ ਹੈਗਾ ਜੀ। ਇਹ ਬੀਜੇਪੀ ਦੀ ਜਿਹੜੀ ਲਾਈਨ ਹੈਗੀ ਬਿਲਕੁਲ ਗਲਤ ਹੈਗੀ ਹੈ। ਦੂਜੀ ਗੱਲ, ਉਸ ਤੋਂ ਬਾਅਦ ਜਿਹੜੇ ਬਾਰ-ਬਾਰ ਕਹਿ ਰਹੇ ਨੇ ਕਿ ਦੇਖੋ ਯੋਗੀ ਸਾਹਿਬ ਨੇ ਸਾਰਾ ਜਿਹੜਾ ਹੈਗਾ ਉਹ ਐਕਸ਼ਨ ਲਿਆ, ਉਹਨੂੰ ਬੰਦਿਆਂ ਨੂੰ ਫੜਿਆ, ਗ੍ਰਹਿ ਮੰਤਰੀ ਦੇ ਮੁੰਡੇ ਬਿਲਕੁਲ ਬਿਲਕੁਲ ਗਲਤ ਗੱਲ ਹੈਗੀ ਇਹਨਾਂ ਦੀ। ਉਹਨਾਂ ਦਾ ਸਾਰਾ ਜ਼ੋਰ ਜਿਹੜਾ ਯੋਗੀ ਸਰਕਾਰ ਦਾ, ਕੇਂਦਰ ਸਰਕਾਰ ਦਾ ਤੇ ਯੂਪੀ ਪੁਲਿਸ ਦਾ ਹੈਗਾ, ਉਹ ਅੱਜ ਤੱਕ ਵੀ ਇਹੋ ਹੈਗਾ ਕਿ ਕਿਵੇਂ ਕਵਰ ਅਪ ਕੀਤਾ ਜਾਵੇ, ਕਿਵੇਂ ਦੋਸ਼ੀਆਂ ਨੂੰ ਬਚਾਇਆ ਜਾਵੇ, ਉਲਟਾ ਪਰਚਾ ਕਿਸਾਨਾਂ ਤੇ ਕਰਕੇ ਉਹਨਾਂ ਨੂੰ ਫਸਾਇਆ ਜਾਵੇ। ਇਹ ਗੱਲ ਚੱਲ ਰਹੀ ਸੀ, ਅੱਜ ਵੀ ਚੱਲ ਰਹੀ ਹੈਗੀ ਹੈ। ਲੇਕਿਨ ਜਿਹੜਾ ਜਿੰਨਾ ਸੰਘਰਸ਼ ਚੱਲਿਆ, ਜਿੰਨੇ ਧਰਨੇ, ਰੋਸ ਮੁਜ਼ਾਹਰੇ ਲੋਕਾਂ ਵੱਲੋਂ ਹੋਏ, ਮੈਂ ਕਿਸੇ ਇੱਥੇ ਪਰਟੀਕੂਲਰ ਪਾਰਟੀ ਜਾਂ ਕਿਸੇ ਲੀਡਰ ਦਾ ਮੈਂ ਨਾਂ ਨਹੀਂ ਲੈਣਾ ਚਾਹਾਂਗਾ, ਕਿਉਂਕਿ ਸਮੁੱਚੇ ਲੋਕਾਂ ਨੇ ਜਿਹੜੇ ਵੀ ਉਸ ਘਟਨਾ ਦਾ ਜਿਹੜਾ ਦਰਦ ਲੱਗਿਆ, ਉਹਨਾਂ ਨੇ ਉੱਠ ਕੇ ਆਪ ਮੁਹਾਰੇ ਖੜੇ ਹੋ ਕੇ ਉੱਥੇ ਉਹਨਾਂ ਜਿਹੜੇ ਆਪਣੇ ਪੀੜਤ ਪਰਿਵਾਰ ਨਾਲ ਸਾਂਝ ਕੀਤਾ, ਆਪਣਾ ਦੁੱਖ ਸਾਂਝਾ ਕੀਤਾ ਤੇ ਪ੍ਰੋਟੈਸਟ ਕੀਤਾ, ਮੁਜ਼ਾਹਰਾ ਕੀਤਾ। ਤੇ ਮਾਨਯੋਗ ਸੁਪਰੀਮ ਕੋਰਟ ਨੇ, ਅਗਰ ਮਾਨਯੋਗ ਸੁਪਰੀਮ ਕੋਰਟ ਦਖਲ ਨਾ ਦਿੰਦੀ ਤੇ ਲੋਕ ਮੁਜ਼ਾਹਰੇ ਨਾ ਕਰਦੇ ਤਾਂ ਤੁਸੀਂ ਦੇਖਣਾ ਸੀ ਅੱਜ ਤੱਕ ਉਹਨਾਂ ਨੇ ਕਿਸੇ ਨੂੰ ਨਹੀਂ ਫੜਨਾ ਸੀ, ਇਹਨਾਂ ਦੋਸ਼ੀਆਂ ਵੱਲੋਂ ਕਿਸੇ ਦੇ ਬਿਲਕੁਲ ਨਹੀਂ ਸੀ ਫੜਨਾ। ਸੋ ਅਜੇ ਵੀ ਇੰਨੇ ਜ਼ੋਰ ਦੇ ਬਾਵਜੂਦ, ਇੰਨੇ ਪ੍ਰੈਸ਼ਰ ਦੇ ਬਾਵਜੂਦ, ਸੁਪਰੀਮ ਕੋਰਟ ਦੇ ਪ੍ਰੈਸ਼ਰ ਦੇ ਬਾਵਜੂਦ ਵੀ ਹਜੇ ਵੀ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੰਦਭਾਗੀ ਗੱਲ ਇਹ ਹੈ ਇਹ ਹੈਗੀ ਹੈ ਕਿ ਕਵਰ ਅਪ ਕਰਨ ਦੀ ਜਿਹੜੀ ਗੱਲ ਹੈਗੀ ਹੈ, ਇਹ ਤਾਂ ਸ਼ੁਕਰ ਪ੍ਰਮਾਤਮਾ ਦਾ ਕਿ ਉੱਥੇ ਕੋਈ ਕਮਿਊਨਲ ਰਾਈਟਸ ਨਹੀਂ ਹੋਏ, ਉੱਥੇ ਹਿੰਦੂ ਸਿੱਖ ਦਾ ਜਿਹੜਾ ਹੈਗਾ ਉਹ ਨਹੀਂ ਖੜਾ ਹੋਇਆ। ਉਹ ਕਿਸਾਨਾਂ ਨੇ, ਕਿਸਾਨ ਭਰਾਵਾਂ ਨੇ ਬਹੁਤ ਸੰਜਮ ਵਰਤਿਆ, ਸੰਜਮ ਵਰਤ ਕੇ ਜਿਹੜਾ ਸਿਚੁਏਸ਼ਨ ਨੂੰ ਸੰਭਾਲ ਰੱਖਿਆ, ਤਾਂ ਇਹ ਗੱਲ। ਜੀ ਸਰ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ ਜੀ। ਧਾਲੀਵਾਲ ਸਾਹਿਬ, ਕਿਸਾਨ ਨੇਤਾ ਬਾਰੇ ਵੀ ਆਪਾਂ ਸਵਾਲ ਉਠਾਏ, ਮੈਂ ਉਹਨਾਂ ਤੋਂ ਜਵਾਬ ਲੈਣਾ ਚਾਹਾਂਗਾ, ਪਰ ਡੈਫੀਨਿਟਲੀ ਪਹਿਲਾਂ ਤੁਸੀਂ ਆਪਣਾ ਵਿਊ ਪੁਆਇੰਟ ਕਲੀਅਰ ਕਰਨਾ ਚਾਹੁੰਦੇ ਹਾਂ। ਧਾਲੀਵਾਲ ਜੀ, ਪਹਿਲਾਂ ਤੁਸੀਂ ਆਪਣੀ ਗੱਲ ਕਹਿ ਲਓ ਜੀ। ਧਾਲੀਵਾਲ ਸਾਹਿਬ, ਦੇਖੋ ਜੀ, ਮੈਂ ਸਵੈ ਸਾਹਿਬ ਨੂੰ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਉੱਥੇ ਪ੍ਰਿਯੰਕਾ ਗਾਂਧੀ ਜੀ ਪੋਚਾ ਲਾਏ, ਬੌਕਰ ਮਾਰਿਆ ਏ, ਉਹਦੇ ਨਾਲ ਪ੍ਰੈਸ਼ਰ ਪੈ ਗਿਆ। ਜਿਹੜਾ ਉੱਥੇ ਚੰਨੀ ਸਾਹਿਬ 50 ਲੱਖ ਦੇ ਆਏ, ਉਹਦੇ ਨਾਲ ਪ੍ਰੈਸ਼ਰ ਪਾ ਗਿਆ। ਉਦੋਂ ਬਾਅਦ ਜਿਹੜਾ ਸਿੱਧੂ ਸਾਹਿਬ ਗਏ, ਸਾਰੇ ਆਪਦੇ ਮੈਂਬਰ ਪਾਰਲੀਮੈਂਟਾਂ ਨੂੰ ਨਾਲ ਲੈ ਕੇ ਹਲਾ ਹਲਾ ਕਰਦੇ ਵੀ ਮੈਂ ਤਾਂ ਆਪਦੇ ਸੀਐਮ ਤੋਂ ਵੱਡਾ ਹਾਂ, ਸਾਡਾ ਸੀਐਮ ਭਾਵੇਂ ਕੁਛ ਕਰਿਆ ਆ, ਉਹਦਾ ਕੋਈ ਮੁੱਲ ਨਹੀਂ, ਪਰ ਮੈਂ ਉਦੋਂ ਦੁਬਾਰੇ ਫੇਰ ਜਾਊਂਗਾ, ਫੇਰ ਭੁੱਖ ਹੜਤਾਲ ਰੱਖੂੰਗਾ। ਇਹ ਤੁਸੀਂ ਇੱਕ ਦੂਜੇ ਤੋਂ ਵੱਧ ਚੜ ਕੇ ਜਿਹੜਾ ਪ੍ਰਦਰਸ਼ਨ ਕੀਤਾ ਹੈ, ਜਿਹੜਾ ਤੁਸੀਂ ਲਾਸ਼ਾਂ ਦੇ ਉੱਤੇ ਪ੍ਰਦਰਸ਼ਨ ਕਰਕੇ ਕਾਨੂੰਨ ਦਾ ਮਜ਼ਾਕ ਉਡਾਇਆ। ਔਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਮਾਨਯੋਗ ਸੁਪਰੀਮ ਕੋਰਟ ਦਾ ਬਾਅਦ ਚ ਦਖਲ ਦਿੰਦੇ ਆ, ਪਰਚਾ ਤਾਂ ਪਹਿਲਾਂ ਹੀ ਦਰਜ ਹੋ ਗਿਆ ਸੀ।
ਔਰ ਜਿਹੜੀ ਗੱਲ ਦੇ ਉੱਤੇ ਤੁਸੀਂ ਕਿੰਤੂ ਕੀਤਾ ਸੀ ਕਿ ਗ੍ਰਿਫਤਾਰੀ ਨਹੀਂ ਹੋਣੀ, ਮੈਂ ਪਹਿਲੇ ਦਿਨ ਤੋਂ ਜਿੱਦ ਰਿਹਾ ਸਾਰੇ ਕਾਂਗਰਸੀ ਪ੍ਰਵਕਤਾਵਾਂ ਨਾਲ ਕਿ ਇਹ ਕੋਈ ਯੋਗੀ ਦਾ ਰਾਜ ਆ, ਸੰਨਿਆਸੀ ਦਾ, ਇਹਦਾ 100% ਗ੍ਰਿਫਤਾਰੀ ਹੋਊਗੀ। ਇਹ 84 ਨਹੀਂ ਹੈਗੀ ਜਿਹੜਾ ਹਜੇ ਤੱਕ ਟਾਈਟਲਰ ਤੁਰਿਆ ਫਿਰਦਾ ਹੈ, ਇਹ 84 ਨਹੀਂ ਹੈਗੀ ਜਿਹੜਾ ਸੱਜਣ ਕੁਮਾਰ ਬਾਹਰ ਤੁਰਿਆ ਫਿਰੂ। ਸੱਜਣ ਕੁਮਾਰ ਨੂੰ ਅਸੀਂ ਫੜ ਕੇ ਅੰਦਰ ਦਿੱਤਾ ਸੀ, ਅਸੀਂ ਫੜ ਕੇ ਅੰਦਰ ਦਿੱਤਾ ਸੀ ਸੱਜਣ ਕੁਮਾਰ ਨੂੰ। ਕਾਲੀਆਂ ਸੂਚੀਆਂ ਅਸੀਂ ਖਤਮ ਕੀਤੀਆਂ, ਭਾਜਪਾ ਨੇ ਖਤਮ ਕੀਤੀਆਂ ਕਾਲੀਆਂ ਸੂਚੀਆਂ, ਸੱਜਣ ਕੁਮਾਰ ਅਸੀਂ ਅੰਦਰ ਦਿੱਤਾ। ਜੀ ਧਾਲੀਵਾਲ ਜੀ ਤੁਹਾਡਾ ਵੀ ਪੁਆਇੰਟ ਆਏਗਾ, ਬਿਲਕੁਲ ਡੈਫੀਨਿਟਲੀ ਤੁਸੀਂ ਆਪਣੇ ਸਵੈਜ ਮੈਂ ਆਣਾ ਤਾਂ ਸਵੈਜ ਜੀ ਮੇਰੀ ਜੀ ਸਵੈਜ ਜੀ ਮੈਂ ਡੈਫੀਨਿਟਲੀ ਮੌਕਾ ਦਿਆਂਗਾ। ਪਹਿਲਾਂ ਕਾਫੀ ਦੇਰ ਦੇ ਉਪਲ ਸਾਹਿਬ ਇੰਤਜ਼ਾਰ ਕਰ ਰਹੇ। ਉਪਲ ਸਾਹਿਬ, ਧਾਲੀਵਾਲ ਸਾਹਿਬ ਦਾ ਕਹਿਣਾ ਹੈ ਕਿ ਮੰਡੀਆਂ ਦਾ ਤੁਸੀਂ ਆਪ ਪਾ ਰਹੇ ਹੋ, ਨਹੀਂ ਸਾਰਿਆਂ ਦੀ ਗੱਲ ਨਹੀਂ ਕਰਦੇ। ਨਹੀਂ, ਸਾਹਿਬ ਨੂੰ ਧਾਲੀਵਾਲ ਸਾਹਿਬ ਨੂੰ ਦੋਨਾਂ ਨੂੰ ਬੇਨਤੀ ਇੱਕ ਆ ਕਿ ਕਾਂਗਰਸ ਵਰਸਸ ਬੀਜੇਪੀ ਡਿਸਕਸ਼ਨ ਨਾ ਰਹਿ ਕੇ ਬਹੁਤ ਹੀ ਮਤਲਬ ਸਾਡੇ ਪਿਆਰੇ ਬੱਚੇ ਜਿਹੜੇ ਸਨ, ਇੱਕ ਨੂੰ ਸਾਡੀ ਉਮਰ ਦਾ ਸੀ, ਬਾਕੀ 4 ਪਿਆਰੇ ਬੱਚੇ ਜਿਹੜੇ ਸਨ, ਉਹ ਪਿਆਰੇ ਬੱਚੇ ਸ਼ਹਾਦਤ ਦਾ ਜਾਮ ਪੀ ਗਏ ਨੇ, ਇੱਕ ਸੰਘਰਸ਼ ਚ ਗਏ ਨੇ। ਉਹਨਾਂ ਪੰਜਾਂ ਦਾ ਮੈਂ ਫਿਰ ਪੰਜਾਂ ਦੀ ਗੱਲ ਕਰਾਂਗਾ, ਧਾਲੀਵਾਲ ਸਾਹਿਬ ਨੂੰ ਭਾਵੇਂ ਗੁੱਸਾ ਲੱਗੇ, ਪਰ ਉਹਨਾਂ ਪੰਜਾਂ ਨੂੰ ਆ ਸ਼ਹਾਦਤ ਦਾ ਦਿਨ ਕੱਲ ਨੂੰ ਆ ਰਿਹਾ, ਆਪਾਂ ਅਰਦਾਸ ਕਰਨੀ ਆ ਉਹਨਾਂ ਦੀ ਸ਼ਾਂਤੀ ਲਈ ਔਰ ਉਹਨਾਂ ਦੇ ਸੰਘਰਸ਼ ਜਿਸ ਲਈ ਗਏ ਨੇ ਉਸ ਸੰਘਰਸ਼ ਦੀ ਪੂਰਤੀ ਲਈ। ਉਸ ਸਮੇਂ ਦੇ ਉੱਤੇ ਜੇ ਤੁਸੀਂ ਪਹਿਲਾਂ ਸ਼ੁਰੂ ਜਿੱਥੋਂ ਕੀਤਾ ਸੀ ਉੱਥੋਂ ਫਿਰ ਇੱਕਦਮ ਭੜਕ ਕੇ ਕਦੀ ਸਿੱਧੂ ਸਾਹਿਬ ਕਦੀ ਚਰਨਜੀਤ ਚੰਨੀ ਕੋਈ ਕਿੰਨਾ ਦਿੰਦਾ ਕਿੰਨਾ ਨਹੀਂ ਦਿੰਦਾ, ਇਹ ਵੱਖਰੀ ਗੱਲ ਆ। ਇੱਕ ਗੱਲ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ, ਜਿਹੜਾ ਕਿ ਵਿੱਚੋਂ ਕੁਛ ਮਿਸ ਮੈਂ ਸੁਣਿਆ ਹੋਵੇ ਤਾਂ ਸੋਧ ਕਰ ਦੇਣੀ, ਉਹ ਸਵਾਲ ਇਹ ਕੀਤਾ ਹੈ ਵੀ ਉਹ ਜਿਹੜੇ ਦੂਜੇ 3 ਨੇ ਮਾਵਾਂ ਦੇ ਪੁੱਤ ਨੇ। ਦੇਖੋ ਜੀ, ਮਾਵਾਂ ਦਾ ਪੁੱਤ ਤਾਂ ਆਪਣਾ ਮੋਦੀ ਵੀ ਆ, ਮਾਵਾਂ ਦਾ ਪੁੱਤ ਤਾਂ ਸੈਂਟਰ ਦਾ ਉਹ ਸਟੇਟ ਹੋਮ ਮਿਨਿਸਟਰ ਵੀ ਆ ਜਿਹੜਾ ਸਾਰਾ ਡਰਾਮਾ ਕਰ ਰਿਹਾ ਔਰ ਮਾਨਵਤਾ ਨੂੰ ਆਪਦੇ ਪੈਰਾਂ ਥੱਲੇ ਕੁਚਲ ਰਿਹਾ। ਇਹ ਵੇਖੋ ਸਾਡੀ ਬਿਲਕੁਲ ਸਾਡਾ ਸ਼ਾਂਤਮਈ ਆ, ਜਮਹੂਰੀ ਢੰਗ ਨਾਲ ਆ। ਅਸੀਂ ਸਾਰੀ ਦੁਨੀਆ ਦੇ ਵਿੱਚ ਇਸ ਗੱਲ ਨੂੰ ਜੀ ਆਇਆਂ ਕਵਾਂਗੇ ਜੇ ਕੋਈ ਵੀ ਬੀਜੇਪੀ ਅੱਗੇ ਲੱਗ ਕੇ ਜਾਂ ਕੋਈ ਹੋਰ ਜਥੇਬੰਦੀ ਅੱਗੇ ਲੱਗ ਕੇ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਕਿਤੇ ਵੀ ਸਾਡੇ ਵਾਂਗੂ ਸੰਘਰਸ਼ ਕਰਨਾ ਚਾਹੁੰਦੀ ਆ, ਸਾਡੇ ਨਾਲ 4 ਗੁਣਾ ਵੱਧ ਕਰਨਾ ਚਾਹੁੰਦੀ ਆ। ਇਹੋ ਹੀ ਕਾਨੂੰਨ ਪੰਜਾਬ ਦੀ ਖੇਤੀ ਲਈ ਔਰ ਭਾਰਤ ਦੀ ਖੇਤੀ ਲਈ ਵਧੀਆ ਨੇ। ਇਹਦੇ ਨਾਲ ਹੀ ਖੇਤੀ ਉਪਜ ਵੱਧ ਆ ਸਕੇ, ਇਹਦੇ ਨਾਲ ਹੀ ਖੇਤੀ ਔਰ ਖੇਤੀ ਕਾਮਿਆਂ ਦੀ ਉਹ ਸਾਰੇ ਖੇਤੀ ਸੈਕਟਰ ਦੀ ਕਿਸਮਤ ਜੁੜੀ ਹੋਈ ਆ। ਅਸੀਂ ਉਹਦੇ ਵਿਰੁੱਧ ਕੁਛ ਨਹੀਂ ਕਵਾਂਗੇ ਔਰ ਉਹਨਾਂ ਤੇ ਕੋਈ ਹਮਲਾ ਕਰੇਗਾ ਤਾਂ ਉਹਦਾ ਵਿਰੋਧ ਵੀ ਕਰਾਂਗੇ। ਪਰ ਜਿੱਥੋਂ ਤੱਕ ਸਾਡੇ ਚੱਲ ਰਹੇ ਸੰਘਰਸ਼ ਦੇ ਮਤਲਬ ਅਹਿੰਸਕ ਸੰਘਰਸ਼ ਨੂੰ ਹਿੰਸਾ ਦੇ ਨਾਲ ਦਬਾਉਣ ਲਈ ਕੋਈ ਵੀ ਆਏਗਾ ਤਾਂ ਉਹ ਤਾਂ ਰਿਟੈਲੀਏਸ਼ਨ ਆ। ਅਸੀਂ ਪ੍ਰੀ ਪਲਾਨ ਕਰਕੇ ਵੀ ਜਿਹੜੇ ਆਰਜਰ ਸਾਨੂੰ ਪਤਾ ਵੀ ਇਹਨੇ ਸਾਡੇ ਤੇ ਬੰਬ ਜਾਂ ਗੋਲੀ ਚਲਾ ਦੇਣੀ ਆ, ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਤੋਂ ਗੋਲੀ ਚਲਾਉਣ ਤੋਂ ਪਹਿਲਾਂ। ਅਸੀਂ ਤਾਂ ਚਾਹੁੰਦੇ ਸੀ ਇਹ ਸਾਡੇ 5 ਨਾ ਮਰਦੇ, ਉਹਨਾਂ ਦੇ 8 ਹੀ ਮਰ ਜਾਂਦੇ ਔਰ ਮਿਨਿਸਟਰ ਦਾ ਮੁੰਡਾ ਵੀ ਮਰ ਜਾਂਦਾ। ਇਹ ਮੈਂ ਗੱਲ ਕਲੀਅਰ ਕੱਟ ਕਰਾਂਗਾ, ਸਾਡੀ ਇੱਛਾ ਤਾਂ ਇਹ ਸੀ। ਪਰ ਕਿਉਂਕਿ ਅਸੀਂ ਇਸ ਕਿਸਮ ਦੀ ਹਿੰਸਕ ਕਾਰਵਾਈ ਨਹੀਂ ਕਰਦੇ, ਉਹਨਾਂ ਨੇ ਹਿੰਸਕ ਕੀਤੀ, ਉਹ ਆਮ ਲੋਕਾਂ ਨੇ। ਉਪਲ ਸਾਹਿਬ ਇੱਕ ਪਾਸੇ ਅਹਿੰਸਾ ਦੀ ਗੱਲ ਕਰਦੇ ਹੋ, ਇੱਕ ਪਾਸੇ ਧਮਕੀਆਂ ਦਿੰਦੇ ਹੋ, ਮਤਲਬ ਇਹ ਦੋਨੇ ਚੀਜ਼ਾਂ ਬਰਾਬਰ ਨਹੀਂ ਚੱਲਦੀਆਂ। ਦੇਖੋ ਤੁਸੀਂ ਇੱਕ ਪਾਸਾ ਰੱਖੋ, ਜਾਂ ਤਾਂ ਗਾਂਧੀ ਦੀ ਹਿੰਸਾ ਚੱਕ ਲਓ ਤੇ ਜਾਂ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਆਓ। ਇੱਕ ਪਾਸਾ ਨਹੀਂ ਚੱਲੇ, ਦੋ ਚੀਜ਼ਾਂ ਨਹੀਂ ਚੱਲਣੀਆਂ। ਇਹ ਠੀਕ ਹੈ ਨਾ, ਇੱਕ ਪਾਸੇ ਨੂੰ ਪਹੁੰਚੋ, ਫਿਰ ਗਾਂਧੀ ਦੀ ਹਿੰਸਾ ਤੇ ਚੱਲੋ ਜਿਹੜਾ ਕੁਝ ਕਰ ਰਿਹਾ। ਨਹੀਂ ਜੀ, ਸਕੂਲ ਆਫ ਥਾਟ ਗਾਂਧੀ ਗੁਰੂ ਗੋਬਿੰਦ ਸਿੰਘ ਡਿਸਕਸ਼ਨ ਕਰਨਾ ਹੋਵੇ ਤਾਂ ਆਪਣੀ ਬਹੁਤ ਵੱਡੀ ਗੱਲ ਆ। ਉਹਦਾ ਤੂੰ ਉਹੀ ਮੈਂ ਤੁਹਾਨੂੰ ਕਹਿ ਰਿਹਾ, ਮੈਂ ਵੀ ਕਰ ਸਕਦਾ ਉੱਤੇ ਲੰਬੀ ਡਿਬੇਟ ਹੈ। ਪਰ ਫਿਰ ਜਾਂ ਗਾਂਧੀ ਦੀ ਗੱਲ ਕਰੋ ਜਾਂ ਗੁਰੂ ਗੋਬਿੰਦ। ਜੇ ਤੁਸੀਂ ਗਾਂਧੀ ਦੇ ਅੰਦੋਲਨ ਤੇ ਚੱਲੇ ਆ, ਫਿਰ ਗਾਂਧੀ ਦੇ ਅੰਦੋਲਨ ਤੇ ਹੀ ਆਪਾਂ ਨੂੰ ਗੱਲ ਕਰਨੀ ਪਊਗੀ। ਇਹ ਦੋਵੇਂ ਚੀਜ਼ਾਂ ਨੇ ਹੋਣੀਆਂ। ਬਿਲਕੁਲ ਨਹੀਂ। ਸਿੰਘੂ ਬਾਰਡਰ ਬੈਠੇ, ਟਿੱਕਰੀ ਬੱਡ ਬੈਠੇ, ਇੱਥੇ ਆ ਕੇ ਦਿੱਲੀ ਦੀ ਪੁਲਿਸ ਜਾਂ ਖਾਸ ਤੌਰ ਤੇ ਇੱਕ ਜਿਹੜੀ ਮਤਲਬ ਫਾਸ਼ੀਵਾਦੀ ਫੋਰਸ ਆ RSS BJP, ਉਹਦੀ ਫੋਰਸ ਆ ਕੇ ਸਾਡੇ ਤੇ ਕਈ ਵਾਰ ਮੇਰੀ ਗੱਲ ਸੁਣੋ, ਹਰ ਇੱਕ ਕਾਨੂੰਨ ਦੇ ਮੁਤਾਬਕ ਕੰਮ ਕਰਦਾ। ਦੇਸ਼ ਦੇ ਵਿੱਚ ਕਾਨੂੰਨ ਹੈ, ਤੁਸੀਂ ਕਾਨੂੰਨ ਦੀ ਗੱਲ ਕਰੋ ਨਾ। ਦੇਸ਼ ਦੇ ਵਿੱਚ ਕਾਨੂੰਨ ਨੇ ਗੱਲ ਕਰਨੀ ਹੈ, ਤੁਸੀਂ ਕਾਨੂੰਨ ਦੇ ਉਲਟ ਕਿਵੇਂ ਗੱਲ ਕਰ ਸਕਦੇ ਆ? ਧਾਲੀਵਾਲ ਸਾਹਿਬ, ਉਪਲ ਸਾਹਿਬ ਮੈਂ ਵਾਪਸ ਆਣਾ ਤੁਹਾਡੇ ਵੱਲ, ਮੇਰੀ ਮਜਬੂਰੀ ਹੈ ਬ੍ਰੇਕ ਦੀ। ਮੈਂ ਜਿਹੜਾ ਬੰਦਾ ਸਾਨੂੰ ਇੱਕ ਡਰਾਈਵਰ ਆ, ਉਹ ਜੀਪ ਸਾਡੇ ਤੇ ਚੜਾ ਰਿਹਾ ਹੈ, ਉਹ ਡਰਾਈਵਰ ਬਚ ਗਿਆ, ਦੂਜੇ ਜੀਪ ਉਲਟ ਗਈ, ਦੂਜੇ 3 ਮਰ ਗਏ। ਡਰਾਈਵਰ ਨੂੰ ਲੋਕਾਂ ਨੇ ਖਿੱਚਿਆ, ਉਹਨੂੰ 2-4 ਲਾਠੀਆਂ ਮਾਰਤੀਆਂ ਨੇ। ਉਹ ਲਾਠੀਆਂ ਨਾਲ ਮਰਿਆ ਜਾਂ ਬਾਅਦ ਚ ਮਰਿਆ, ਇੱਕ ਇਨਵੈਸਟੀਗੇਸ਼ਨ ਦਾ ਮਸਲਾ ਹੈ। ਪਰ ਜਿਹੜੇ ਲਾਠੀਆਂ
ਫੇਰ ਉਹੀ ਗੱਲ ਆਪਾਂ ਵਾਪਸ ਆਨੇ ਆ, ਜੱਜਮੈਂਟ ਇਹ ਆਪਾਂ ਜਿਹੜੀ break ਲੈ ਜਾਂਚ ਲਈਏ। ਚੱਲ ਰਹੀ ਹੈ ਉੱਪਲ ਸਾਹਿਬ, ਤੁਸੀਂ ਕਿਵੇਂ ਜੀ, ਜੱਜਮੈਂਟ ਕਰ ਜੀ, ਸਕਦੇ ਜੀ। ਹੋ? ਇਹਦੀ ਜਾਂਚ ਚੱਲ ਰਹੀ ਹੈ, ਆਪਾਂ break ਲੈ ਲਈਏ। ਸਾਨੂੰ ਗਾਂਧੀ ਵਾਲੀ ਪੋਲਿਟਿਕਸ ਨੂੰ ਉਹਦੀ ਜਾਂਚ ਹੋਣ ਦਿਓ ਨਾ, ਉਹਦੀ ਜਾਂਚ ਹੋਣ ਦਿਓ। ਤੁਸੀਂ ਕਿਵੇਂ ਕਿਸੇ ਚੈਨਲ ਤੇ ਬਹਿ ਕੇ ਤੁਸੀਂ ਕਿਵੇਂ ਜੱਜਮੈਂਟ ਕਰ ਦਿਓਗੇ? ਜਾਂਚ ਹੋਣ ਦਿਓ। ਅਸੀਂ ਤਾਂ ਕਹਿੰਦੇ ਜਾਂਚ ਹੋਣ ਦਿਓ। ਤੁਸੀਂ ਪਹਿਲਾਂ ਕਿਵੇਂ ਡਿਕਲੇਅਰ ਕਰਤਾ ਰਿਟੈਲੀਏਸ਼ਨ? ਨਹੀਂ ਚਲੋ ਤੁਸੀਂ ਕਿਵੇਂ ਡਿਕਲੇਅਰ ਕਰ ਸਕਦੇ ਹੋ ਗੱਲ ਜਾਂਚ ਤੋਂ ਆਪਾਂ ਨੂੰ ਬਾਅਦ? ਰੋਕਣੀ ਪੈਣੀ ਹੈ, ਆਪਾਂ ਨੂੰ ਜੀ ਉੱਪਲ ਸਾਹਿਬ ਆਪਾਂ ਨੂੰ ਬਹਿਸ ਤੇ ਰੋਕਣੀ ਪੈਣੀ ਹੈ। ਮੈਨੂੰ ਟੈਕਨੀਕਲੀ ਓਕੇ ਮੈਂ ਵਾਪਸ ਆਣਾ ਤੁਹਾਡੇ ਦੋਨਾਂ ਵਾਲੀ ਵਾਪਸ ਆਣਾ ਇਸ ਮੁੱਦੇ ਤੇ। ਜ਼ਰੂਰ ਤੁਸੀਂ ਆਪਣਾ ਆਪਣਾ ਵਿਊ ਪੁਆਇੰਟ ਰੱਖੋਗੇ, ਪਰ ਹੁਣ ਇੱਕ ਛੋਟੀ ਜਿਹੀ ਬ੍ਰੇਕ ਹੈ। ਬ੍ਰੇਕ ਤੋਂ ਬਾਅਦ ਇਸੇ ਤੇ ਅਹਿਮ ਮੁੱਦੇ ਤੇ ਆਪਾਂ ਆ ਰਹੇ ਹਾਂ ਵਾਪਸ। ਸੋ ਜੀ ਬ੍ਰੇਕ ਤੋਂ ਪਹਿਲਾਂ ਤੁਹਾਡੇ ਬਾਰੇ ਜਿਹੜੀ ਗੱਲ ਕੀਤੀ ਗਈ ਸੀ, ਭਾਜਪਾ ਵੱਲੋਂ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਆਗੂਆਂ ਵੱਲੋਂ ਤੇ ਰਾਜਸੀ ਖੇਡਾਂ ਖੇਡੀਆਂ ਜਾ ਰਹੀਆਂ, ਉਹ ਕੋਈ ਨਿਆਂ ਦੀ ਗੱਲ ਨਹੀਂ। ਕਾਂਗਰਸ ਆਪਣੀਆਂ ਰਾਜਸੀ ਰੋਟੀਆਂ ਸੇਕ ਰਹੀ ਹੈ। ਉਹਨੇ ਪ੍ਰਿयंका ਗਾਂਧੀ ਦੀ ਗੱਲ ਕੀਤੀ ਹੈ, ਉਹਨਾਂ ਨੇ ਨਵਜੋਤ ਸਿੱਧੂ ਦੀ ਗੱਲ ਕੀਤੀ ਹੈ, ਔਰ ਗੱਲ ਉਹਨਾਂ ਨੇ ਵਰੁਣ ਗਾਂਧੀ ਦੀ ਵੀ ਕੀਤੀ ਹੈ। ਜੀ ਸੋਹਜ ਜੀ। ਸਿੱਧੂ ਸਾਹਿਬ, ਐਡੀ ਵੱਡੀ ਘਟਨਾ ਹੋ ਜਾਵੇ, ਐਡਾ ਵੱਡਾ ਅਤਿਆਚਾਰ ਹੋ ਜੇ, ਜੇ ਇਸ ਵੇਲੇ ਜਿਹੜੀਆਂ ਸਿਆਸੀ ਪਾਰਟੀਆਂ ਉਹ ਨਹੀਂ ਬੋਲਣਗੀਆਂ, ਪੀੜਤ ਪਰਿਵਾਰ ਨਹੀਂ ਖੜਨਗੀਆਂ, ਫਿਰ ਉਹ ਕਦੋਂ ਬੋਲਣਗੀਆਂ, ਕਦੋਂ ਖੜਨਗੀਆਂ? ਜਦੋਂ ਜਿਹੜਾ ਸੰਵਿਧਾਨ ਹੈ ਉਹ ਸ਼ਰੇਆਮ ਕੁਚਲਿਆ ਜਾਂਦਾ ਹੋਵੇ, ਲੋਕ ਸ਼ਰੇਆਮ ਕੁਚਲੇ ਜਾਂਦੇ ਹੋਣ, ਅਤੇ ਜਿਹੜੀ ਇਹ ਸਰਕਾਰ ਹੈਗੀ ਹੈ ਖੁਦ ਜਿਹੜੀ ਹੈਗੀ ਹੈ ਰਕਸ਼ਕ ਹੁੰਦੀ ਹੈ, ਭਕਸ਼ਕ ਬਣ ਜੇ, ਖੁਦ ਆਪਣੇ ਲੋਕਾਂ ਨੂੰ ਦਰੜਨ ਲੱਗ ਪਵੇ, ਉਦੋਂ ਫਿਰ ਜੇ ਨਾ ਬੋਲਿਆ ਜਾਵੇ, ਵਿਰੋਧੀ ਪਾਰਟੀਆਂ ਦਾ ਹੋਰ ਕੰਮ ਕੀ ਹੈ ਜੀ? ਫਿਰ ਕੀ ਕਰਨਾ ਉਹਨਾਂ ਨੇ ਫਿਰ? ਇਸ ਕਰਕੇ ਇੱਕ ਇਹ ਸਿਸਟਮ ਹੈ ਸਾਡਾ ਜਿਹੜਾ ਹਿੰਦੁਸਤਾਨ ਸਿਸਟਮ ਹੈ ਨਾ ਜੀ, ਡੈਮੋਕ੍ਰੈਟਿਕ ਸਿਸਟਮ ਹੈਗਾ, ਇਹਦੇ ਚੈੱਕਸ ਐਂਡ ਬੈਲੈਂਸਿਸ ਨੇ। ਸਰਕਾਰ ਹੈਗੀ ਹੈ, ਅਪੋਜੀਸ਼ਨ ਪਾਰਟੀਆਂ ਨੇ। ਸਰਕਾਰ ਦਾ ਜਿਹੜਾ ਕੋਈ ਗਲਤ ਕੰਮ ਕਰਦੀ ਹੈ ਉੱਥੇ ਅਪੋਜੀਸ਼ਨ ਨੂੰ ਬੋਲਣਾ ਜ਼ਰੂਰੀ ਬਣਦਾ ਹੈ, ਫਰਜ਼ ਬਣਦਾ ਹੈ। ਅਗਰ ਨਾ ਬੋਲਦੇ ਤਾਂ ਅਸੀਂ ਆਪਣਾ ਫਰਜ਼ ਨਾ ਨਿਭਾ ਰਹੇ ਹੁੰਦੇ। ਅਤੇ ਇਹ ਤਾਂ ਗੱਲ, ਇਹ ਸਾਡਾ ਇਹ ਜਵਾਬ ਇਹਨਾਂ ਦਾ ਜਿਹੜੀ ਬਾਰ-ਬਾਰ ਕਹਿੰਦੇ ਨੇ ਨਾ ਜੀ ਕਿ ਸਿਆਸੀ ਸਿਆਸੀ ਸਿਆਸੀ, ਨਹੀਂ ਸਰ, ਤੁਸੀਂ ਦੇਖੋ ਇਹ ਭਾਜਪਾ ਦਾ ਅੱਜ ਕਿੱਥੇ ਕਿੱਥੇ ਪਹੁੰਚ ਗਏ ਨੇ। ਇਹ ਹਿੰਦੁਸਤਾਨ ਦਾ ਪੂਰਾ ਹੀ ਸਿਸਟਮ ਚੇਂਜ ਕਰ ਰਹੇ ਨੇ। ਸਾਰੇ ਜਿਹੜੇ ਇੰਸਟੀਟਿਊਸ਼ਨ ਨੇ ਉਹਨਾਂ ਨੂੰ ਤਬਾਹ ਕਰ ਰਹੇ ਨੇ, ਅਤੇ ਹੁਣ ਇੱਥੋਂ ਤੱਕ ਪਹੁੰਚ ਗਏ ਨੇ ਕਿ ਜੋ ਵੀ ਬੋਲਦਾ ਉਹਨੂੰ ਖਤਮ ਕਰ ਦਿਓ, ਉਹਨੂੰ ਖਤਮ ਕਰ ਦਿਓ, ਉਹਨੂੰ ਮਾਰ ਦਿਓ। ਅਤੇ ਇਹ ਹਾਲਾਤ ਪਹੁੰਚ ਗਏ ਨੇ ਇੱਥੋਂ ਤੱਕ। ਇਹ ਇੱਕ ਕਿਸਾਨਾਂ ਦਾ ਸੰਘਰਸ਼ ਇਹਨਾਂ ਨੂੰ ਚੁੱਭ ਰਿਹਾ ਹੈ, ਕਿਉਂਕਿ ਹੁਣ ਤੱਕ ਦਬਾਉਂਦੇ ਆਏ ਨੇ, ਬਾਕੀ ਸੰਘਰਸ਼ ਨੂੰ ਦਬਾਉਂਦੇ। CAA ਦੇ ਖਿਲਾਫ ਹੋਇਆ, ਜੋ ਵੀ ਹੋਇਆ, ਸ਼ਾਹੀਨ ਬਾਗ, ਇਹਨਾਂ ਨੇ ਖਤਮ ਕਰਤਾ ਦਮਨ ਕਰਕੇ, ਅਤੇ ਹੁਣ ਵੀ ਦਮਨ ਨਾਲ, ਅਤਿਆਚਾਰ ਨਾਲ ਇਹ ਖਤਮ ਕਰਨਾ ਚਾਹੁੰਦੇ ਨੇ, ਅਤੇ ਇਲੈਕਸ਼ਨ ਜਿੱਤਣਾ ਚਾਹੁੰਦੇ ਨੇ ਕਿ ਕਮਿਊਨਲ ਜਿਹੜੇ ਹੈਗੇ ਕਰਾ ਦਿਓ, ਫਾਈਟ ਕਰਾ ਦਿਓ, ਜਿੱਤ ਲਓ। ਇਹ ਨਹੀਂ ਚੱਲੇਗੀ, ਇਹ ਨਹੀਂ ਚੱਲੇਗੀ, ਇਹ ਬਾਰ-ਬਾਰ ਨਹੀਂ ਚੱਲੇਗੀ। ਇਸ ਕਰਕੇ ਵਿਰੋਧੀ ਪਾਰਟੀਆਂ ਦਾ ਜਿਹੜਾ ਬੋਲਣਾ ਉਹ ਜ਼ਰੂਰੀ ਹੈਗਾ। ਦੂਜੀ ਤੁਹਾਡੀ ਗੱਲ ਆ ਗਈ ਜੋ ਕਰ ਰਹੇ ਸੀ ਧਾਲੀਵਾਲ ਸਾਹਿਬ। ਹਾਂਜੀ, ਇੱਕ ਸਿੰਪਲ ਜਿਹਾ ਸਵਾਲ ਹੈ ਧਾਲੀਵਾਲ ਸਾਹਿਬ ਨੂੰ ਜੀ, ਵੀ ਸਟੇਨ ਗਨ ਤੋਂ ਲੈ ਕੇ 12 ਬੋਰ ਦੀ ਸਿੰਗਲ ਬੰਦੂਕ ਤੱਕ ਲੱਖਾਂ ਕਰੋੜਾਂ ਲੋਕਾਂ ਨੂੰ, ਲੱਖਾਂ ਤਾਂ ਪੰਜਾਬ 'ਚ ਹੀ ਨੇ, ਕਰੋੜਾਂ ਤੋਂ ਵੀ ਮੇਰੇ ਖਿਆਲ ਅਰਬਾਂ ਤੱਕ ਇੰਡੀਆ 'ਚ ਹੋਣਗੇ, ਸੈਲਫ ਡਿਫੈਂਸ ਲਈ ਇੰਡੀਅਨ ਗਵਰਨਮੈਂਟ ਨੇ ਜਾਂ ਸਟੇਟ ਗਵਰਨਮੈਂਟ ਨੇ ਸਾਨੂੰ ਲਾਇਸੈਂਸ ਮੋਹਰ ਲਾ ਕੇ ਦਿੱਤੇ ਨੇ ਸੈਲਫ ਡਿਫੈਂਸ ਲਈ। ਔਰ ਮੈਂ ਫਿਰੋਜ਼ਪੁਰ ਡਿਸਟ੍ਰਿਕਟ ਦੇ ਬਾਰਡਰ ਏਰੀਏ ਦਾ ਰਹਿਣ ਵਾਲਾ, ਸਾਡਾ ਵੱਡਾ ਸਾਰਾ ਲਾਣਾ, ਸਾਡੇ 14-15 ਲਾਇਸੈਂਸ ਨੇ, ਔਰ ਸਾਡੇ ਉਹ ਲਾਇਸੈਂਸ ਸੈਲਫ ਡਿਫੈਂਸ ਲਈ ਕਈ ਵਾਰੀ ਕੰਮ ਆਏ, ਗੋਲੀਆਂ ਚਲਾਈਆਂ ਨੇ, ਔਰ ਬੰਦੇ ਅੱਗੋਂ ਮਰੇ ਵੀ ਨੇ, ਤੇ ਜਿਨ੍ਹਾਂ ਨੇ ਮਾਰੇ ਨੇ ਉਹਨਾਂ ਨੂੰ ਕੇਸ ਵੀ ਨਹੀਂ ਰਜਿਸਟਰ ਹੋਇਆ। ਇਹ ਧਾਲੀਵਾਲ ਸਾਹਿਬ ਮੇਰਾ ਖਿਆਲ ਬੜਾ BJP ਦੀ ਜਿਹੜੀ ਵੀ ਜਾਂ UP ਪੁਲਿਸ ਦੀ ਜਿਹੜੀ ਅਪਡੇਟ ਹੁੰਦੀ ਹੈ ਉਹਦੇ ਨਾਲ ਅਪਡੇਟ ਨੇ। ਅਜੇ 2 ਘੰਟੇ ਪਹਿਲਾਂ ਹੀ ADGP ਨੇ ਕਿਹਾ ਹੈ ਵੀ ਇਹ ਕੇਸ ਜਿਹੜਾ ਹੈ ਦੋਨਾਂ ਪਾਸਿਆਂ ਤੋਂ ਰਜਿਸਟਰਡ ਹੋਊਗਾ, ਜਿਹੜਾ ਕਿ ਬਹੁਤ ਹੀ ਨਿੰਦਣਯੋਗ ਹੈ। ਔਰ ਸੰਯੁਕਤ ਮੋਰਚਾ ਕਦੀ ਇਹਨੂੰ ਸਹਿਣ ਨਹੀਂ ਕਰੂਗਾ ਜੇ ਸੰਯੁਕਤ ਕਿਸਾਨਾਂ ਉੱਤੇ ਵੀ ਇਸ ਘਟਨਾ ਦਾ ਪਰਚਾ ਦਰਜ ਹੋਇਆ। ਜਿਹੜੇ ਕਿਸਾਨਾਂ ਚਲੋ ਆਪਾਂ ਜਵਾਬ ਲੈਣੇ ਆ। ਮੈਂ ਜਵਾਬ ਲੈਣਾ ਜੀ ਇਸ ਮੁੱਦੇ ਤੋਂ। ਸਹਿਜ ਜੀ ਤੁਸੀਂ ਆਪਣੀ ਗੱਲ ਮੁਕੰਮਲ ਕਰੋ, ਪਰ ਜਿਹੜੀ ਗੱਲ ਉੱਪਲ ਜੀ ਨੇ ਕਹੀ ਹੈ, ਜਿਹੜਾ ਰਿਵਾਲਵਰ ਸੈਲਫ ਡਿਫੈਂਸ ਲਈ ਮੇਰੇ ਕੋਲ 32 ਬੋਰ ਦਾ, ਉਹ ਮੈਂ ਮਤਲਬ ਜੀ ਬੱਚਿਆਂ ਨੂੰ ਲਿਆਂਦਾ ਜੀ ਉੱਪਲ ਜੀ ਕੋਈ ਵੀ ਗੋਲੀ ਚਲਾਏਗਾ ਤਾਂ ਉਹਦਾ ਅੱਗੋਂ ਗੋਲੀ ਮਾਰਨੀ ਹੈ। ਜੇ ਮੈਨੂੰ ਉਹ ਸਾਬਤ ਹੋ ਜੇ ਵੀ ਪਹਿਲਾਂ ਉਹ ਗੋਲੀ ਚਲਾਉਣ ਲੱਗਾ ਸੀ, ਮੈਨੂੰ ਕੋਈ ਸਜ਼ਾ ਨਹੀਂ ਹੋਊਗੀ, ਮੇਰੇ ਵਿਰੁੱਧ ਕੋਈ DDR ਕੋਈ FIR ਨਹੀਂ। ਆ ਗਈ ਗੱਲ ਤੁਹਾਡੀ ਜੀ, ਆ ਗਈ ਗੱਲ। ਸਵੈਜ ਸਾਹਿਬ, ਜਿਸ ਮਾਮਲੇ ਤੇ ਤੁਸੀਂ ਗੱਲ ਕਰ ਰਹੇ ਹੋ, ਮੈਂ ਹੁਣ ਨਿੱਕਾ ਜਿਹਾ ਸਵਾਲ ਲੈ ਕੇ ਅੱਗੇ ਧਾਲੀਵਾਲ ਸਾਹਿਬ ਵੱਲ ਵੀ ਆਉਣਾ ਹੈ। ਸਵਾਲ ਇਹ ਹੈ ਕਿ ਜੋ ਉੱਪਲ ਜੀ ਨੇ ਕਿਹਾ, ਤੁਸੀਂ ਬੁਲਾਰੇ ਦੇ ਨਾਲ ਸੀਨੀਅਰ ਐਡਵੋਕੇਟ ਵੀ ਹੋ, ਉਹਨਾਂ ਦਾ ਕਹਿਣਾ ਕਿ 2 ਤਰਫੀ ਜਿਹੜਾ ਕੇਸ ਦਰਜ ਹੋਇਆ, ਜਿਹੜਾ ਹੁਣ ਲੇਟੈਸਟ ਇਨਫੋਰਮੇਸ਼ਨ ਆਈ ਹੈ। ਸਰ, ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਅਤੇ ਅੱਜ ਵੀ ਕਹਿ ਰਿਹਾ, ਇਹ ਬਤੌਰ ਵਕੀਲ ਕਹਿ ਰਿਹਾ, ਇੱਥੇ ਕੋਈ ਪਾਰਟੀ ਲਾਈਨ ਨਹੀਂ ਮੈਂ ਲੈ ਰਿਹਾ, ਬਤੌਰ ਵਕੀਲ ਕਹਿ ਰਿਹਾ
ਕਿ ਇਹਨਾਂ ਨੂੰ ਕਾਨੂੰਨ ਬਚਾਉਂਦਾ ਹੈ, ਸੈਲਫ ਡਿਫੈਂਸ ਦਾ ਜਿਹੜਾ ਹੈਗਾ ਹੱਕ ਦਿੰਦਾ ਹੈ, ਕਾਨੂੰਨ ਦਿੰਦਾ ਹੈਗਾ। ਉਹਦੇ ਵਿੱਚ ਅਗਰ ਕੋਈ ਮੰਨ ਲਓ, ਦੇਖੋ ਜਿਵੇਂ ਅਟੈਕ ਕਰਦਾ ਸਾਡੇ ਤੇ ਅਸੀਂ ਰਿਟੈਲੀਏਸ਼ਨ ਤੇ ਆਪਣੀ ਜਾਨ ਬਚਾਉਣ ਵਾਸਤੇ ਜਿਹੜਾ ਅਟੈਕਰ ਹੈਗਾ ਜਾਂ ਅਸੌਲਟ ਕਰਦਾ ਹੈ ਉਹਨੂੰ ਮਾਰ ਵੀ ਦਿੰਦੇ ਆ, ਤਾਂ ਵੀ ਸਾਡੇ ਤੇ ਕੋਈ ਕੇਸ ਨਹੀਂ ਬਣਦਾ। ਇਸੇ ਤਰ੍ਹਾਂ ਉੱਥੇ ਜੋ ਹੋਇਆ ਹੈ, ਜੋ ਵੀਡੀਓ ਸ਼ੋਅ ਕਰ ਰਹੀਆਂ ਨੇ, ਪ੍ਰੂਵ ਕਰ ਰਹੀਆਂ ਨੇ, ਸਾਬਤ ਕਰ ਰਹੀਆਂ ਨੇ ਕਿ ਕਿਸਾਨਾਂ ਦੀ ਪਿੱਠ ਪਿੱਛੋਂ ਆ ਕੇ, ਜੋ ਆਰਾਮ ਨਾਲ ਤੁਰੇ ਜਾ ਰਹੇ ਸੀ, ਪਿੱਠ ਪਿੱਛੋਂ ਆ ਕੇ 3-4 ਗੱਡੀਆਂ ਚੜ੍ਹਾਤੀ ਉਹਨਾਂ ਦੇ ਉੱਤੇ, ਕੁਚਲ ਤੇ ਮਾਰਤੇ। ਤੇ ਉਸ ਵੇਲੇ ਪ੍ਰੋਵੋਕੇਸ਼ਨ ਜਿਹੜੀ ਹੈਗੀ ਹੈ, ਕੋਈ ਪਲਾਨ ਨਹੀਂ ਸੀਗਾ। ਇਹ ਕਿਸੇ ਕਿਸਾਨ ਲੀਡਰ ਨੇ ਕੋਈ ਪਹਿਲਾਂ ਪਲੈਨਿੰਗ ਕਰਕੇ ਨਹੀਂ ਕਿਹਾ, ਨਾ ਉੱਥੇ ਜਿਹੜੇ ਬੰਦੇ ਇਕੱਠੇ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਮਾਰੋ, ਇੱਦਾਂ ਕਰੋ। ਇਹ ਤਾਂ ਸਡਨ ਪ੍ਰੋਵੋਕੇਸ਼ਨ ਦੇ ਉਹਨਾਂ ਨੇ ਆਪਣੇ ਬਚਾਓ ਵਾਸਤੇ, ਅਗਰ ਉਹਨਾਂ ਨੇ ਸੱਟਾਂ ਮਾਰੀਆਂ ਨੇ, ਕਿਸੇ ਦੀ ਜਾਨ ਚਲੇ ਗਈ ਹੈ, ਉਹਨਾਂ ਤੇ ਕੋਈ ਕੇਸ ਨਹੀਂ ਬਣਦਾ ਹੈਗਾ, ਬਿਲਕੁਲ ਨਹੀਂ ਬਣਦਾ ਹੈਗਾ, ਬਿਲਕੁਲ ਨਹੀਂ ਬਣਦਾ ਹੈਗਾ। ਸੋ ਇਹ ਜੋ ਮੈਂ ਕਹਿ ਰਿਹਾ ਕਿ ਅੱਜ ਵੀ ਦੋਸ਼ੀ ਕਿਸਾਨਾਂ ਨੂੰ ਮੰਨ ਰਹੀ ਹੈ ਯੂਪੀ ਸਰਕਾਰ, ਯੂਪੀ ਪੁਲਿਸ, ਯੂਪੀ ਸਰਕਾਰ, ਇਵਨ ਕਿ ਕੇਂਦਰ ਦੀ ਹੋਮ ਮਿਨਿਸਟਰੀ ਵੀ ਉਹਨਾਂ ਨੂੰ ਦੋਸ਼ੀ ਮੰਨ ਰਹੀ ਹੈ, ਜੋ ਕਿ ਸਰਾਸਰ ਗਲਤ ਹੈ, ਧੱਕਾ ਹੈਗਾ। ਜੀ ਤੁਹਾਡੀ ਗੱਲ ਆ ਗਈ, ਝੰਡੇ ਵਾਲੀ ਤੁਹਾਡੀ ਗੱਲ ਧਾਲੀਵਾਲ ਸਾਹਿਬ, ਜੀ ਧਾਲੀਵਾਲ ਸਾਹਿਬ ਤੋਂ ਜਵਾਬ ਹੈ ਜੀ। ਦੇਖੋ ਜੀ, ਝੰਡੇ ਵਾਲੀ ਡਾਂਸ ਕੋਈ ਆਪਾਂ ਬਾਤ ਨੂੰ ਫੜਿਆ ਗਿਆ, ਉਹਨਾਂ ਦੀਆਂ ਗੋਲੀਆਂ ਤੇ ਰੌਂਦ ਉਹਨਾਂ ਦੀਆਂ ਕੋਰਾਂ ਚੋਂ ਫੜੇ ਗਏ ਜੀ। ਉੱਪਰ ਜੀ ਮੈਂ ਬਕਾਇਦਾ ਤੁਹਾਨੂੰ ਜਿਹੜਾ ਹੈਗਾ ਸਵਾਲ ਜਵਾਬ ਦਾ ਮੌਕਾ ਦਿਆਂਗਾ। ਧਾਲੀਵਾਲ ਸਾਹਿਬ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਧਾਲੀਵਾਲ ਸਾਹਿਬ ਜਿਹੜਾ ਖਾਸ ਤੌਰ ਤੇ ਸਵੈਜ ਜੀ ਨੇ ਕਿਹਾ ਕਿ ਦੋਨੇ ਪਾਸਿਆਂ ਤੋਂ ਕਿਸਾਨਾਂ ਨੂੰ ਦੋਸ਼ੀ ਬਣਾ ਕੇ ਇਸ ਤਰ੍ਹਾਂ ਕੇਸ ਨੂੰ ਉਲਝਾਇਆ ਜਾ ਰਿਹਾ, ਜਿਹਦੇ ਕਰਕੇ ਨਿਆਂ ਪ੍ਰਤੀ ਖਦਸ਼ੇ ਉੱਠ ਰਹੇ। ਇੱਕ ਗੱਲ, ਦੂਜੀ ਗੱਲ ਜਿਹੜਾ ਕੌਮੀ ਪੱਧਰ ਤੇ ਇਹ ਗੱਲ ਵੀ ਉੱਠ ਰਹੀ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ, ਉਸਦਾ ਬੇਟਾ ਡਾਇਰੈਕਟਲੀ ਇਨਵੋਲਵ ਹੈ, ਉਹਦੀ ਵੀਡੀਓ ਦੀ ਗੱਲ ਕਰਦੇ ਹੈ ਤੇ ਉਹ ਜਿਸ ਤਰੀਕੇ ਨਾਲ ਬਿਆਨਬਾਜ਼ੀ ਕਰ ਰਿਹਾ, ਉਹਦੇ ਨਾਲ ਵੀ ਇਹੀ ਪ੍ਰਭਾਵ ਜਾ ਰਿਹਾ ਹੈ ਕਿ ਨਿਆਂ ਕਦੋਂ ਮਿਲੇਗਾ, ਜਦੋਂ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਖੁਦ ਹੀ ਕਹਿ ਰਿਹਾ ਹੈ ਕਿ ਕਿਸਾਨ ਗਲਤ ਹੈ। ਜੀ ਧਾਲੀਵਾਲ ਸਾਹਿਬ, ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਨੂੰ ਜਿਵੇਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਇਹ ਘਟਨਾ ਨਿੰਦਣਯੋਗ ਹੈ। ਇਹ ਘਟਨਾ ਦੀ ਜਿੰਨੀ ਨਿੰਦਾ ਕਰ ਲਈਏ ਆਪਾਂ ਮਾੜੀ ਹੈ, ਪਰ ਇਹਦੀ ਜਾਂਚ ਜਿਹੜੀ ਹੈ ਉਹਦੇ ਤੇ ਆਪਾਂ ਨੂੰ ਜੇ ਸਵਾਲ ਆਪਾਂ ਉਠਾ ਰਹੇ ਹਾਂ ਤਾਂ ਉਹਦੀ ਪ੍ਰਮਾਣਿਕਤਾ ਆਪਾਂ ਨੂੰ ਟਾਈਮ ਬੰਦ ਸਮੇਂ ਦੇ ਵਿੱਚ ਜੋ ਵੀ ਵਾਅਦੇ ਕੀਤੇ ਸੀ ਉਹ ਪੂਰੇ ਹੋ ਚੁੱਕੇ ਆ। ਹੁਣ ਅਸੀਂ ਪ੍ਰਮਾਣਿਕਤਾ ਤੇ ਜਾਂਚ ਨਹੀਂ ਉਠਾਉਣਾ, ਮਤਲਬ ਸਾਡਾ ਕੋਈ ਸਵਾਲ ਹੱਕ ਹੀ ਨਹੀਂ ਬਣਦਾ ਉਠਾਈਏ। ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ, ਕਾਂਗਰਸ ਨੂੰ ਮੈਂ ਤਾਂ ਇੱਕੋ ਹੀ ਗੱਲ ਸਵੈਜ ਸਾਹਿਬ ਨੂੰ ਇਹੀ ਪੁੱਛਣਾ ਚਾਹੁੰਦਾ ਕਿ ਸਵੈਜ ਸਾਹਿਬ, ਜਦੋਂ ਤੁਹਾਡਾ ਮੁੱਖ ਮੰਤਰੀ ਉੱਥੇ ਜਾ ਆਇਆ ਸੀ, ਐਲਾਨ ਕਰਿਆ ਆਇਆ ਸੀ, ਫਿਰ ਤੁਹਾਡੀ ਦੂਜੀ ਟੋਲੀ ਕਿਉਂ ਗਈ? ਬਾਕੀ ਪਾਰਟੀਆਂ ਵੀ ਗਈਆਂ ਹੈ, ਕੇਜਰੀਵਾਲ ਸਾਹਿਬ ਦੀ ਪਾਰਟੀ ਵੀ ਗਈ ਹੈ, ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਕਾਇਦਾ ਤੌਰ ਤੇ ਜਿਹੜੇ ਸਾਡੇ ਪੀੜਤ ਪਰਿਵਾਰ ਹੈ ਉਹਨਾਂ ਦੀ ਮਦਦ ਕਰ ਰਹੀ ਹੈ ਉੱਥੇ, ਤਾਂ ਉਹ ਜਾਣਾ ਵੀ ਚਾਹੀਦਾ, ਹੱਕ ਵੀ ਬਣਦਾ। ਤੇ ਜੇ ਕਿਤੇ ਕੋਈ ਪੀੜਤ ਪਰਿਵਾਰ ਹੈ ਉਹਦੀ ਮਦਦ ਲਈ ਕੋਈ ਜਾਂਦਾ, ਸ਼ਲਾਘਾਯੋਗ ਕੰਮ ਹੈ। ਪਰ ਰਾਜਨੀਤੀ ਕਰਨਾ ਜਿਹੜਾ ਉਹਦੇ ਤੇ ਮੈਂ ਸਵਾਲ ਜਿਹੜਾ ਕਿੰਤੂ ਜਿਹੜਾ ਹੈਗਾ ਕੀਤਾ, ਬੜੇ ਸਤਿਕਾਰ ਨਾਲ ਤੁਹਾਨੂੰ ਸਵਾਲ ਕਰਦਾ। ਦੂਜਾ ਜਿਹੜਾ ਲਾਇਸੈਂਸ ਵਾਲੀ ਗੱਲ, ਆਪਣੇ ਜਿਹੜੀ ਲਾਇਸੈਂਸ ਵਾਲੀ ਗੱਲ ਕੀਤੀ ਹੈ ਭਾਈ ਸਾਹਿਬ ਨੇ, ਮੈਂ ਉਸ ਤੇ ਜਵਾਬ ਇੱਕ ਇਹੀ ਦੇਣਾ ਚਾਹੁੰਦਾ ਕਿ ਜਾਂਚ ਚੱਲ ਰਹੀ ਹੈ। ਤੁਸੀਂ ਬਾਹਰ ਬੈਠੇ ਕਿਵੇਂ ਤੈਅ ਕਰ ਸਕਦੇ ਹੋ ਇੱਕ ਵੀਡੀਓ ਦੇ ਆਧਾਰ ਤੇ ਕਿ ਜਿਹੜੀ ਰਿਟੈਲੀਏਸ਼ਨ ਹੋਈ ਹੈ, ਉਹ ਵੀਡੀਓ ਤੇ ਇਹ ਵੀ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਵੀ ਪਿੱਛੇ ਪੱਥਰਬਾਜ਼ੀ ਹੋਈ ਹੈ ਤੇ ਗੱਡੀਆਂ ਭਜਾ ਰਿਹਾ ਸੀ। ਤੁਸੀਂ ਕਿਸ ਗੱਲ ਨੂੰ ਇਸ ਵਿੱਚ ਆਪਾਂ ਥੋੜੀ ਆਧਾਰ ਬਣਾਂਗੇ, ਉਹਦੀ ਜਾਂਚ ਹੋਣ ਦਿਓ। ਜਾਂਚ ਹੋਏਗੀ ਤਾਂ ਜਦੋਂ ਗ੍ਰਹਿ ਮੰਤਰੀ ਦਾ ਮੁੰਡਾ ਨਹੀਂ ਬਚਿਆ ਤਾਂ ਕੋਈ ਨਹੀਂ ਬਚੂਗਾ। ਤੁਸੀਂ ਇਹ ਗੱਲ ਨੂੰ ਮੰਨੋ। ਆਪਾਂ ਉਹ ਲੋਕ ਆ ਜਿਨ੍ਹਾਂ ਨੂੰ ਬਰਗਾੜੀ ਦੀ ਜਾਂਚ ਦਾ ਕਦੇ ਇਨਸਾਫ ਨਹੀਂ ਮਿਲਿਆ, 84 ਦਾ ਇਨਸਾਫ ਨਹੀਂ ਮਿਲਿਆ। ਇਹ ਇੱਕ ਸੰਨਿਆਸੀ ਬੈਠਾ ਉੱਥੇ ਜਿਹਨੇ ਬੰਨ ਕੇ ਵਿਖਾਤਾ 12 ਤਰੀਕ ਤੱਕ ਸਾਰੇ, ਉਸ ਗੱਲ ਤੇ ਵੀ ਭਰੋਸਾ ਨਹੀਂ ਤਾਂ ਫਿਰ ਤਾਂ ਵੀ ਕੁਝ ਨਹੀਂ ਹੋ ਸਕਦਾ। ਫਿਰ ਤਾਂ ਆਪਣਾ ਜਿਹੜਾ ਇੱਕ ਸਵਾਲ ਵਿਰੋਧ ਹੈ ਜੀ, ਇੱਕ ਸਵਾਲ ਜੀ ਧਾਲੀਵਾਲ ਜੀ, ਇੱਕ ਸਵਾਲ ਜਿਹੜਾ ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਤੁਹਾਡੇ ਤੋਂ ਜ਼ਰੂਰ ਇੱਕ ਸਵਾਲ ਲੈਣਾ ਚਾਹੁੰਦਾ। ਸਵਾਲ ਇਹ ਹੈ ਕਿ ਇਹ ਗੱਲ ਕੱਲੀ ਪੰਜਾਬ ਦੀ ਨਹੀਂ, ਜਾਂ ਐਸਜੀਪੀਸੀ ਦੀ, ਜਾਂ ਪੰਜਾਬ ਦੇ ਮੁੱਖ ਮੰਤਰੀ ਦੀ, ਜਿਸ ਤਰੀਕੇ ਨਾਲ ਵਾਪਰਿਆ। ਦੇਖੋ ਅੱਜ ਮਹਾਰਾਸ਼ਟਰ ਦੇ ਵਿੱਚ ਸਰਕਾਰ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ, ਉੱਥੇ ਜਿਹੜਾ ਹੈਗਾ ਜਿਸ ਤਰੀਕੇ ਨਾਲ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ, ਉਹਨਾਂ ਨੇ ਵੀ ਕਿਸਾਨਾਂ ਦੀ ਹਮਾਇਤ 'ਚ ਗੱਲ ਕੀਤੀ ਹੈ। ਸੋ ਗੱਲ ਇਕੱਲੇ ਇੱਕ ਫਿਰਕੇ ਦੀ ਨਹੀਂ, ਜੋ ਕੁਝ ਉੱਥੇ ਵਾਪਰਿਆ ਦੇਖੋ ਉਹਦੇ ਬਾਰੇ ਰੋਸ ਤਾਂ ਆਈ ਹੈ ਨਾ। ਮਹਾਰਾਸ਼ਟਰ ਤੇ ਪੰਜਾਬ ਦੀ ਤਾਂ ਕੋਈ ਆਪਸ ਵਿੱਚ ਸਾਂਝ ਨਹੀਂ ਹੈ। ਜੀ ਦੇਖੋ ਜਿਹੜੀ ਤੁਸੀਂ ਇਹ ਜਿਹੜੀ ਰੋਸ ਦੀ ਤੁਸੀਂ ਗੱਲ ਕਰਦੇ ਹੋ, ਇਹ ਗੱਲ ਪਹਿਲੇ ਹੀ ਉੱਪਲ ਸਾਹਿਬ ਨੇ ਆਪਦੀ ਸਪੀਚ 'ਚ ਕਹਿਤੀ ਹੈ ਕਿ ਇਹ ਜਿਹੜੀਆਂ ਲਾਸ਼ਾਂ ਇਹਨਾਂ ਦੇ ਉੱਤੇ ਇਮਾਰਤ ਉਸਰਨੀ ਹੈ। ਉਹ ਕਹਿ ਚੁੱਕੇ ਇਹ ਗੱਲ। ਉਹਦੇ ਤੇ ਇਮਾਰਤ ਦੇ ਵਿੱਚ ਕਿਹੜੇ ਸੀਮੈਂਟ ਲਾਉਣੀ ਹੈ, ਗਾਰਾ ਲਾਉਣਾ, ਇੱਟਾਂ ਲਾਉਣੀਆਂ, ਉਹ ਰਾਜਨੀਤਿਕ ਲੋਕ ਆਪਦਾ ਕੰਮ ਕਰਨਗੇ। ਉਹਨਾਂ ਨੂੰ ਮਨੁੱਖਤਾ ਨਾਲ ਕੋਈ ਸੰਬੰਧ ਨਹੀਂ, ਉਹਨਾਂ ਨੂੰ ਇਸ ਗੱਲ ਨਾਲ ਸੰਬੰਧ ਨਹੀਂ ਵੀ ਕੋਈ ਮਾਵਾਂ ਦੇ ਪੁੱਤ ਚਲੇ ਗਏ ਆ। ਉਹਨਾਂ ਨੇ ਆਪਦਾ ਕੰਮ ਕਰਨਾ ਔਰ ਨਾ ਉਹਨਾਂ ਨੂੰ ਜਾਂਚ ਤੇ ਭਰੋਸਾ ਹੈ। ਪਰ ਜਿੱਥੋਂ ਤੱਕ ਪਰਿਵਾਰਾਂ ਦੀ ਗੱਲ ਹੈ, ਉਹ ਜਿਨ੍ਹਾਂ ਪਰਿਵਾਰਾਂ ਨਾਲ ਸਰਕਾਰ ਨੇ ਜੋ ਗੱਲ ਕੀਤੀ, ਜਿਹਦੇ ਨਾਲ ਜੋ ਬੀਤਿਆ, ਉੱਥੋਂ ਤੱਕ ਟਕੈਤ ਸਾਹਿਬ ਨਾਲ ਜੋ ਗੱਲ ਹੋਈ,
ਸਰਕਾਰ ਨਿਆਂ ਦੇ ਚੁੱਕੀ ਹੈ ਔਰ ਵਿਦਨ ਟਾਈਮ ਬਾਉਂਡ ਦੇ ਚੁੱਕੀ ਹੈ। ਮੈਂ ਕਾਂਗਰਸ ਨੂੰ ਤਾਂ ਇਹ ਪੁੱਛਣਾ ਚਾਹਣਾ, 4.5 ਸਾਲਾਂ ਚ ਸਾਨੂੰ ਬਰਗਾੜੀ ਦਾ ਇਨਸਾਫ ਨਹੀਂ ਦਿੱਤਾ ਇਹਨਾਂ ਨੇ। ਚਲੋ ਆਪਾਂ ਇਹ ਕਾਹਦੀ ਗੱਲ ਕਰਦੇ ਆ? ਬਹੁਤ ਵੱਡਾ ਸਵਾਲ ਹੈ। 12 ਦਿਨਾਂ ਦੇ ਵਿੱਚ ਸਾਨੂੰ ਇਨਸਾਫ ਦੇ ਕੇ ਦਿਖਾਤਾ ਔਰ ਤੁਸੀਂ ਕਿਹੜੀ ਗੱਲ ਤੇ ਸਾਡੇ ਤੇ ਪ੍ਰਸ਼ਨ ਚੱਕਦੇ ਓਕੇ ਆਪਾਂ ਜੀ ਧਾਲੀਵਾਲ ਜੀ ਤੁਹਾਡੀ ਗੱਲ ਆ ਗਈ। ਧਾਲੀਵਾਲ ਸਾਹਿਬ ਜੀ, ਧਾਲੀਵਾਲ ਸਾਹਿਬ ਆਪਾਂ ਬਰਗਾੜੀ ਨਾ ਛੱਡੀਏ, ਮੈਂ ਮਾਫੀ ਮੰਗਦਾ ਇਸ ਗੱਲ ਲਈ। ਆਪਾਂ ਕਿਉਂਕਿ ਬਹੁਤ ਅਹਿਮ ਭਾਵਕ ਤੇ ਨਾਜ਼ੁਕ ਮੁੱਦਾ, ਇਹਦੇ ਬਾਰੇ ਕੋਈ ਦੋ ਰਾਹ ਨਹੀਂ, ਪਰ ਗੱਲ ਇੱਕੋ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ। ਆਪਣੇ ਨਾਲ ਜਿਹੜੀ ਸਿੱਧੇ ਤੌਰ ਤੇ ਪੀੜਤ ਧਿਰ ਹੈ ਉਹਦੇ ਬੁਲਾਰੇ ਜੁੜੇ ਹੋਏ ਹੈ। ਉਪਲ ਸਾਹਿਬ, ਧਾਲੀਵਾਲ ਸਾਹਿਬ ਦਾ ਕਹਿਣਾ ਕਿ ਜਦੋਂ ਜਾਂਚ ਚੱਲ ਰਹੀ ਹੈ, ਨਿਆਂ ਦੀ ਗੱਲ ਕੀਤੀ ਹੈ, ਜੋਗੀ ਸਰਕਾਰ ਤੋਂ ਨਿਆਂ ਦੀ ਉਮੀਦ ਕੀਤੀ ਜਾਂਦੀ ਹੈ, ਉਹਨੇ ਇੰਨੇ ਦਿਨਾਂ 'ਚ ਇੰਨੀਆਂ ਕਾਰਵਾਈਆਂ ਕੀਤੀਆਂ, ਫਿਰ ਕਿਉਂ ਖਦਸ਼ੇ ਤੇ ਸਵਾਲ ਇਸ ਮਾਮਲੇ ਤੇ ਉੱਠ ਰਹੇ ਹੈ? ਉਹ ਕਹਿੰਦੇ ਕਿ ਰਾਸ਼ਟਰੀ ਰੂਟੀਆਂ, ਚਾਹੇ ਮਹਾਰਾਸ਼ਟਰ ਦੀ ਗੱਲ ਕਰ ਲਈਏ ਚਾਹੇ ਦੂਜੇ ਸੂਬਿਆਂ ਦੀ ਗੱਲ ਕਰ ਲਈਏ, ਸਾਰਾ ਕੁਝ ਵਿੱਚੋਂ ਕੁਝ ਨਾ ਕੁਝ ਆਪਣੇ ਲਈ ਕੱਢਿਆ ਜਾ ਰਿਹਾ ਹੈ। ਜੀ ਉਪਲ ਜੀ। ਸਰਦਾਰ ਜਗਤਾਰ ਸਿੰਘ ਜੀ, ਦੇਖੋ ਇਹ ਤਾਂ ਕਹੀ ਜਾ ਰਹੇ ਨੇ ਜਿੰਨਾ ਮਰਜ਼ੀ ਕਹੀ ਜਾਣ, ਸਾਨੂੰ ਉਹਨਾਂ ਚਿਰ ਨਾ ਤਸੱਲੀ ਆ, ਸਿਰਫ ਤਸੱਲੀ ਹੀ ਦੀ, ਨਾ ਹੀ ਲੋਕਾਂ ਨੂੰ ਨਿਆਂ ਮਿਲਣਾ ਹੈ, ਨਾ ਹੀ ਉਹ ਜਵਾਨ ਬੱਚੇ ਚਲੇ ਗਏ ਉਹਨੇ ਮਾਵਾਂ ਦੇ ਪੁੱਤ ਨੂੰ ਸੁੱਖ ਦਾ ਸਾਹ ਆਉਣਾ ਹੈ, ਜਿੰਨਾ ਚਿਰ ਜਿਹੜਾ ਰਾਜ ਹੋਮ ਮਿਨਿਸਟਰ ਹੈ, ਸਟੇਟ ਹੋਮ ਮਿਨਿਸਟਰ, ਉਹ ਅਸਤੀਫਾ ਨਹੀਂ ਦਿੰਦਾ, ਉਹ ਆਪਦੀ ਦਖਲਅੰਦਾਜ਼ੀ ਬੰਦ ਨਹੀਂ ਕਰਦਾ, ਔਰ ਫਿਰ ਮਤਲਬ ਕੋਈ ਕਮਿਸ਼ਨ ਐਸਾ ਜਿਹੜਾ ਸੁਪਰੀਮ ਕੋਰਟ ਦਾ ਐਡਵੋਕੇਟ ਦਾ 2 ਜਾਂ 3 ਮੈਂਬਰੀ ਹੋਵੇ, ਉਹ ਇਹਦੀ ਜਾਂਚ ਕਰਦਾ ਨਹੀਂਗਾ, ਉਹਨਾਂ ਚਿਰ ਇਹ ਕਿਸੇ ਵੀ ਕਿਸਮ ਦੀ ਜਿਹੜੀ ਜਾਂਚ ਹੈ ਸਾਰੀ ਦੀ ਸਾਰੀ ਹਾਕਮ ਪਾਰਟੀ ਤੇ ਹੱਕ ਜਾਰੀ ਆ ਔਰ ਜਾਣੀ ਸੁਭਾਵਕ ਵੀ ਆ। ਜੋ ਹਾਕਮ ਪਾਰਟੀ ਦਾ ਦੇਖੋ, ਇੱਕ ਹੋਮ ਮਿਨਿਸਟਰ ਆ, ਹੋਮ ਮਿਨਿਸਟਰ ਬੱਚੇ ਨੇ ਕੋਈ ਗਲਤੀ ਕੀਤੀ ਹੈ ਜਾਂ ਨਹੀਂ ਕੀਤੀ, ਉਹਦੀ ਸਰਕਾਰ ਆ, ਉਹਦੀ ਸਰਕਾਰ ਨੇ ਇਨਵੈਸਟੀਗੇਸ਼ਨ ਲਈ ਬੁਲਾਇਆ, ਗਿਆ ਨਹੀਂ। ਦੂਜੇ ਦਿਨ ਜੇ ਗਿਆ ਹੈ, ਉਹ ਨਾਲ ਗਿਆ ਹੈ, ਉੱਥੇ 300 ਮੀਟਰ ਦੀ ਦੂਰੀ ਤੇ ਆਪਦੀ ਕੋਠੀ 'ਚ ਬੈਠਾ ਰਿਹਾ। ਉਹ ਕੀ ਗੱਲ, ਸਾਰੇ ਭਾਰਤ ਦੀ ਹੋਮ ਮਿਨਿਸਟਰ ਆ, ਬਹੁਤ ਸਾਰੀਆਂ ਸਮੱਸਿਆਵਾਂ ਨੇ ਇੱਥੇ, ਉਹ ਆਪਦਾ ਦਿੱਲੀ 'ਚ ਆਪਦੇ ਆਫਿਸ 'ਚ ਕੰਮ ਕਰਦਾ, ਆਪਦੇ ਮੁੰਡੇ ਦੀ ਖਾਤਰ ਉੱਥੇ ਕਿਉਂ ਬੈਠਾ ਰਿਹਾ? ਤੇ ਰਾਤ 11-12 ਵਜੇ ਤੋਂ ਬਾਅਦ ਜਾ ਕੇ ਉਹਨੇ ਡਿਸਾਈਡ ਕੀਤਾ ਜੇਲ੍ਹ ਭੇਜਣਾ ਜਾਂ ਰਿਮਾਂਡ ਲੈਣਾ। ਕੋਈ ਗੱਲ ਥੋੜੀ ਜਿਹੀ ਠੀਕ ਪਾਸੇ ਨੂੰ ਚੱਲੀ ਜਾਏ, ਕੋਈ ਰੌਲਾ ਨਹੀਂ ਇਸ ਗੱਲ ਦਾ ਜਿਹੜਾ ਰਿਮਾਂਡ ਲਿਆ ਗਿਆ। ਇਹ ਸਾਡੀ ਪਾਰਸ਼ਲ ਜਿੱਤ ਹੈ, ਪਰ ਸਾਡੀ ਅਸਲੀ ਜਿੱਤ ਉਹਨਾਂ ਤੇ ਸੰਘਰਸ਼ ਅਸੀਂ ਹੋਰ ਤਿੱਖਾ ਕਰਾਂਗੇ। 14 ਦੀ ਰੇਲ ਬੰਦ ਤੋਂ ਬਾਅਦ ਹੋਰ ਵੀ ਵੱਡੀ ਕਾਲ, 18 ਦੀ ਰੇਲ ਬੰਦ, 18 ਦੀ ਰੇਲ ਬੰਦ ਤੋਂ ਬਾਅਦ ਹੋਰ ਵੀ ਵੱਡੀ ਕਾਲ ਦਿੱਤੀ ਜਾ ਸਕਦੀ ਆ, ਜੇ ਸਟੇਟ ਹੋਮ ਮਿਨਿਸਟਰ ਆਪਦੀ ਮਿਨਿਸਟਰੀ ਪਾਸੇ ਨਹੀਂ ਹਟਦਾ, ਜਾਂ ਸਾਡਾ ਪ੍ਰਧਾਨ ਮੰਤਰੀ ਉਹਨੂੰ ਮਿਨਿਸਟਰੀ ਤੋਂ ਪਾਸੇ ਨਹੀਂ ਹਟਾਉਂਦਾ। ਇਹ ਨੈਤਿਕ ਤੌਰ ਤੇ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ। ਔਰ ਮੈਨੂੰ ਲੱਗਦਾ ਹੈ ਵੀ ਮੇਰੇ ਨਾਲ ਸਹਿਮਤ ਹੋਣਗੇ ਕਿ ਜਦੋਂ ਹੋਮ ਮਿਨਿਸਟਰ ਦਾ ਬੇਟਾ ਹੋਵੇ ਤਾਂ ਉਦੋਂ ਉਹਦੇ ਚ ਪਾਰਸ਼ਲ ਕਿਸੇ ਕਿਸਮ ਦੀ ਕੋਈ ਗੜਬੜ ਨਹੀਂ ਹੋਣੀ ਹੈ। ਮੈਂ ਕੋਈ ਪੋਲੀਟੀਕਲ ਪਾਰਟੀ ਇਸ ਵੇਲੇ ਰੂਲ ਕਰਦੇ ਹੈ, ਚਾਹੇ ਬੀਜੇਪੀ ਹੈ, ਚਾਹੇ ਕੋਈ ਹੋਰ ਹੈ, ਕਿਸੇ ਦਾ ਹੋਮ ਮਿਨਿਸਟਰ ਦੇ ਬੱਚੇ ਨੇ ਗੜਬੜੀ ਕੀਤੀ ਹੋਵੇ ਔਰ ਉਹਦੀ ਜਿਹੜੀ ਆ ਛਤਰੀ ਹੋਮ ਮਿਨਿਸਟਰ ਕੋਲ ਹੋਵੇ, ਜਿਹੜੀ ਦਾ ਸਬੂਤ ਆ ਕਿ ਉਹ 5 ਦਿਨ ਪਹਿਲਾਂ ਉੱਥੇ ਬਹੁਤ ਹੀ ਭੜਕਾਟ ਵਾਲਾ ਫਿਰਕੂ ਭਾਸ਼ਣ ਦੇ ਕੇ ਆਇਆ। ਓਕੇ, ਤੁਹਾਡੀ ਗੱਲ ਧਾਲੀਵਾਲ ਸਾਹਿਬ, ਮੈਂ ਜੀ ਥੈਂਕ ਯੂ ਧਾਲੀਵਾਲ ਜੀ। ਓਕੇ ਧਾਲੀਵਾਲ ਜੀ, ਮੈਂ ਆਨਾ ਤੁਹਾਡੇ ਵੱਲ। ਸਵੈ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ, ਤੁਸੀਂ ਆਪਣੀ ਗੱਲ ਪਹਿਲਾਂ ਕਹਿ ਵੀ ਲਈ ਸੀ, ਸਵੈ ਸਾਹਿਬ ਦਾ ਜਵਾਬ ਵੀ ਮੰਗਦੇ ਆਪਾਂ। ਸਵੈ ਜੀ, ਕਾਂਗਰਸ ਦੇ ਸਵਾਲ ਤਾਂ ਧਾਲੀਵਾਲ ਸਾਹਿਬ ਨੇ ਪਹਿਲਾਂ ਆਪਣੇ ਕਮੈਂਟ ਦੇ 'ਚ ਉਠਾਏ ਹੈ। ਨਾਲੇ ਕਿਸਾਨ ਨੇਤਾ ਦਾ ਇਹ ਵੀ ਕਹਿਣਾ ਕਿ ਜਦ ਤੱਕ ਕੇਂਦਰੀ ਗ੍ਰਹਿ ਮੰਤਰੀ ਆਪਣੇ ਅਹੁਦੇ ਤੋਂ ਪਾਸੇ ਨਹੀਂ ਹੁੰਦੇ, ਤਦ ਤੱਕ ਅਸੀਂ ਅੰਦੋਲਨ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ, ਕਿਉਂਕਿ ਇਦਾਂ ਇਨਸਾਫ ਨਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ। ਦੇਖੋ ਜੀ, ਉਹ ਬਿਲਕੁਲ ਠੀਕ ਕਹਿ ਰਹੇ ਨੇ। ਜਦੋਂ ਤੱਕ ਜਿਹੜਾ ਹੈਗਾ ਕੇਂਦਰੀ ਜਿਹੜਾ ਗ੍ਰਹਿ ਰਾਜ ਮੰਤਰੀ ਹੈਗਾ ਮਿਸ਼ਰਾ, ਉਹ ਅਸਤੀਫਾ ਨਹੀਂ ਦਿੰਦਾ ਜਾਂ ਉਹਨੂੰ ਡਿਸਮਿਸ ਨਹੀਂ ਕੀਤਾ ਜਾਂਦਾ, ਤੇ ਅੱਗੇ ਜਿਹੜੀ ਤਫਤੀਸ਼ ਹੈਗੀ ਹੈ ਉਹ ਸਹੀ ਦਿਸ਼ਾ ਵੱਲ ਜਿਹੜੇ ਹੈਗੀ ਹੈ, ਥੋੜੀ ਸ਼ੁਰੂ ਹੋਈ ਹੈ, ਜਿਵੇਂ ਅਪਲ ਸਾਹਿਬ ਨੇ ਕਿਹਾ ਥੋੜੀ ਸ਼ੁਰੂ ਹੋਈ ਹੈ ਕਿ ਉਹਨੇ ਮੁੰਡੇ ਨੂੰ ਫੜਿਆ, ਇਹਨੂੰ ਰਿਮਾਂਡ ਦੀ ਅੱਜ ਗੱਲ ਕੀਤੀ ਹੈਗੀ ਹੈ, ਲੇਕਿਨ ਹਜੇ ਵੀ ਜਿਵੇਂ ਮੈਂ ਕਹਿ ਰਿਹਾ ਮੈਂ ਇਹਦੀ ਜਿਹੜੀ ਸਹੀ ਦਿਸ਼ਾ ਉਦੋਂ ਤੱਕ ਨਹੀਂ ਹੈਗੀ ਜਦੋਂ ਤੱਕ ਇਹਨਾਂ ਸਾਰੇ ਮੁਲਜ਼ਮਾਂ ਦੇ ਖਿਲਾਫ ਜਿਹੜਾ ਤਫਤੀਸ਼ ਕੰਪਲੀਟ ਕਰਕੇ ਚਲਾਨ ਨਹੀਂ ਪੇਸ਼ ਹੁੰਦਾ। ਤੇ ਇਹ ਨਹੀਂ ਹੋ ਸਕਦਾ ਜਦੋਂ ਤੱਕ ਜਿਹੜਾ ਉਹ ਗ੍ਰਹਿ ਰਾਜ ਮੰਤਰੀ ਹੈ ਉਹ ਅਸਤੀਫਾ ਨਹੀਂ ਦਿੰਦਾ, ਕਿਉਂਕਿ ਉਹ ਇਨਫਲੂਐਂਸ ਕਰ ਰਿਹਾ ਹੈ ਤਫਤੀਸ਼ ਨੂੰ। ਜਿਵੇਂ ਕਿਸਾਨਾਂ ਦੇ ਪਰਚਾ ਕਰ ਰਹੇ ਨੇ, ਉਲਟਾ ਬਰਾਬਰ ਦਾ ਪਰਚਾ ਕਰਨ ਦੇ ਜਾਂ ਉਦੋਂ ਵੀ ਵੱਡਾ ਪਰਚਾ ਕਰਨ ਲੱਗੇ ਹੋਏ ਨੇ, ਸੋ ਉਦੋਂ ਤੱਕ ਨਹੀਂ ਇਨਸਾਫ ਮਿਲਣਾ ਹੈਗਾ। ਤੇ ਦੂਜੀ ਤੁਸੀਂ ਵੱਡੀ ਗੱਲ ਦੇਖੋ ਜੀ, ਐਡੀ ਵੱਡੀ ਘਟਨਾ ਹੋ ਗਈ ਹੈ, ਅੱਜ ਤੱਕ ਪ੍ਰਧਾਨ ਮੰਤਰੀ ਦਾ ਇੱਕ ਅਫਸੋਸ ਦਾ ਇੱਕ ਲਫ਼ਜ਼ ਨਹੀਂ ਮੂੰਹ ਨਿਕਲਿਆ, ਅਮਿਤ ਸ਼ਾਹ ਦੇ ਮੂੰਹ ਇੱਕ ਲਫ਼ਜ਼ ਨਹੀਂ ਨਿਕਲਿਆ ਅੱਜ ਤੱਕ। ਯੋਗੀ ਦੇ ਜਿਹੜਾ ਇਹ ਕਹਿੰਦੇ ਨੇ ਸੰਨਿਆਸੀ ਕਹਿੰਦੇ ਨੇ, ਉਹਨਾਂ ਨੂੰ ਵੀ ਸੰਨਿਆਸੀ ਨੇ ਕਹਾ ਸੰਨਿਆਸੀ ਵੀ ਉਹ ਇੱਕ ਵੀ ਲਫ਼ਜ਼ ਦੇ ਮੂੰਹ ਤੋਂ ਨਹੀਂ ਨਿਕਲਿਆ ਬੱਚਿਆਂ ਵਾਸਤੇ, ਉਹਨਾਂ ਵਾਸਤੇ ਕਿ ਇਹ ਗਲਤ ਹੋਇਆ ਹੈਗਾ, ਅਤਿਆਚਾਰ ਹੋਇਆ ਹੈਗਾ, ਕਤਲ ਹੋਇਆ ਜਿਹੜਾ ਹੈ ਗਲਤ ਹੋਇਆ ਹੋਏਗਾ। ਅੱਜ ਤੱਕ ਅਫਸੋਸ ਨਹੀਂ ਕੀਤਾ ਉਹਨਾਂ ਨੇ ਕਿ ਬਣਦੀ ਨਹੀਂ ਸੀ ਗੱਲ। ਇਹ ਤਾਂ ਘੱਟੋ ਘੱਟ ਛੋਟੀ ਜਿਹੀ ਗੱਲ ਹੈ ਨਾ ਜੀ, ਇਨਸਾਫ ਦਿਵਾਉਣ ਤੋਂ ਬਾਅਦ ਦੀ ਗੱਲ ਹੈ ਨਾ, ਪਹਿਲਾਂ ਅਫਸੋਸ ਕਰਨ ਦੀ ਤਾਂ ਗੱਲ ਹੈਗੀ ਹੈ ਨਾ, ਅੱਜ ਤੱਕ ਨਹੀਂ ਹੋਇਆ। ਸੋ ਇਸ ਕਰਕੇ
ਇਹ ਜਿਹੜਾ ਦਬਾਅ ਹੈਗਾ ਇਹ ਕੰਟੀਨਿਊਸਲੀ ਕਨਸਟੈਂਟਲੀ ਬਣਾ ਕੇ Okay. ਰੱਖਣਾ ਪਏਗਾ। ਜਿਵੇਂ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਲੀਡਰਾਂ ਨੇ ਜਿਹੜੇ ਕਾਲ ਦਿੱਤੀ ਹੈਗੀ ਹੈ 18 ਦੀ ਹੋਰ ਹੈ, ਉਹ ਇਕੱਲੇ ਕਿਸਾਨਾਂ ਨੂੰ ਨਹੀਂ, ਸਾਨੂੰ ਸਾਰਿਆਂ ਨੂੰ ਇਹ ਜਿਹੜਾ ਹੈਗਾ ਨਾ ਦੇ ਸੰਘਰਸ਼ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਇਨਸਾਫ you. ਦਿਵਾਉਣ ਵਾਸਤੇ ਹੋਣਾ। ਜੀ ਜੀ ਤੁਹਾਡੀ ਗੱਲ ਆ ਗਈ। ਬਿਨਾਂ ਸਰ ਜੀ, ਕਿਸੇ ਆ ਗਈ ਉਸ ਤੋਂ ਗੱਲ। ਜੀ ਮਿਹਰਬਾਨੀ। ਜੀ ਮਿਹਰਬਾਨੀ, ਤੁਹਾਡੀ ਗੱਲ ਆ ਗਈ। ਧਾਲੀਵਾਲ ਸਾਹਿਬ, ਤੁਸੀਂ ਆਪਣੀ ਗੱਲ ਵੀ ਕਹਿਣਾ ਚਾਹੁੰਦੇ ਹੋ, ਪਰ ਜਿਹੜਾ ਦੂਜੇ ਮਹਿਮਾਨਾਂ ਨੇ ਸਵਾਲ ਉਠਾਏ ਹੈ ਇੱਕ ਸਪਸ਼ਟ ਹੈ ਸਿੱਧੇ ਤੌਰ ਤੇ ਦੋਨਾਂ ਧਿਰਾਂ ਵੱਲੋਂ, ਚਾਹੇ ਕਿਸਾਨ ਆਗੂ ਆ ਚਾਹੇ ਕਾਂਗਰਸ ਦੇ ਬੁਲਾਰੇ, ਉਹਨਾਂ ਨੇ ਕਿਹਾ ਕਿ ਜਦ ਤੱਕ ਕੇਂਦਰੀ ਗ੍ਰਹਿ ਮੰਤਰੀ ਉਹਨਾਂ ਨੂੰ ਅਹੁਦੇ ਤੋਂ ਪਾਸੇ ਨਹੀਂ ਕਰਾਂਗੇ ਤਦ ਤੱਕ ਨਿਆਂ ਜਾਂ ਇਨਸਾਫ ਨਹੀਂ ਮਿਲਦਾ, ਕਿਉਂਕਿ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਰਿਹਾ। ਔਰ ਧਾਲੀਵਾਲ ਜੀ, ਇਹ ਤਾਂ ਕਾਂਗਰਸ ਜਾਂ ਕਿਸਾਨ ਨੇਤਾ ਦੀ ਗੱਲ ਹੈ। ਮੀਡੀਆ 'ਚ ਵੀ ਕਈ ਵੱਡੀਆਂ ਅਖਬਾਰਾਂ ਨੇ ਉਹਨਾਂ ਨੇ ਬਕਾਇਦਾ ਇਹ ਜਿਹੜਾ ਹੈਗਾ ਇਸ ਗੱਲ ਦੇ ਉੱਤੇ ਕਮੈਂਟਸ ਕੀਤੇ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਬੇਸ਼ੱਕ ਬਾਅਦ 'ਚ ਵਾਪਸ ਆਪਣੇ ਅਹੁਦੇ ਤੇ ਵਾਪਸ ਆ ਜਾਣ, ਪਰ ਨਿਆਂ ਜਾਂ ਇਨਸਾਫ ਲਈ ਉਸ ਰਾਜ ਮੰਤਰੀ ਨੂੰ ਆਪਣੇ ਅਹੁਦੇ ਤੋਂ ਪਾਸੇ ਹੋਣਾ ਬਣਦਾ ਹੀ ਬਣਦਾ ਹੈ। ਮੀਡੀਆ 'ਚ ਵੀ ਕਾਫੀ ਇਹ ਗੱਲ ਜ਼ੋਰ ਨਾਲ ਉੱਠੀ ਵੀ ਹੈ। ਜੀ ਧਾਲੀਵਾਲ ਜੀ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, ਸ਼ਾਇਦ ਉੱਪਲ ਸਾਹਿਬ ਦੇ ਧਿਆਨ 'ਚ ਨਾ ਹੋਵੇ, ਪਰ ਸਵੈਜ ਸਾਹਿਬ ਨੂੰ ਤਾਂ ਇਹ ਗੱਲ ਦਾ ਪਤਾ ਹੈ ਕਿ ਜੀ। ਜਿਹੜੀ ਜਾਂਚ ਜਦੋਂ ਮਾਨਯੋਗ ਸੁਪਰੀਮ ਕੋਰਟ ਦੇ ਉਹਦੇ ਧਿਆਨ ਦੇ ਵਿੱਚ ਹੈ ਔਰ ਉਹਨਾਂ ਦੇ ਮੁਤਾਬਕ ਹੋ ਰਹੀ ਹੈ, ਦੂਜੇ ਪਾਸੇ ਇੱਕ ਰਿਟਾਇਰਡ ਜੱਜ ਹਾਈ ਕੋਰਟ ਦੇ ਜਿਹੜੇ ਜਾਂਚ ਦੇ ਹੈੱਡ ਹੈ, ਮੁਖੀ ਹੈ, ਉੱਥੇ ਭਾਵੇਂ ਕੋਈ ਮੰਤਰੀ ਹੋਵੇ, ਕੋਈ ਕੈਬਨਿਟ ਮੰਤਰੀ ਹੋਵੇ, ਕੋਈ ਪ੍ਰਧਾਨ ਮੰਤਰੀ ਹੋਵੇ, ਮੁੱਖ ਮੰਤਰੀ ਹੋਵੇ, ਉਹ ਨਹੀਂ ਮਾਇਨੇ ਰੱਖਦਾ। ਉਹ ਜਦੋਂ ਇਸ ਤਰ੍ਹਾਂ ਦੇ ਡਿਸੀਜਨ ਆ ਚੁੱਕੇ ਹੋਣ ਬਹੁਤ ਜ਼ਬਰਦਸਤ, ਵੀ ਕੋਈ ਵੀ ਬੰਦਾ ਜਿਹੜਾ ਕਿਸੇ ਤੇ ਵੀ ਆਪਾਂ ਉਂਗਲ ਉਠਾਈ ਉਹ ਚੱਕ ਕੇ ਪਰਚੇ 'ਚ ਆ ਗਿਆ, ਤਾਂ ਫਿਰ ਆਪਣਾ ਜਿਹੜਾ ਹੈਗਾ ਹੱਕ ਨਹੀਂ ਬਣਦਾ ਇਹ ਗੱਲਾਂ ਕਹਿਣ ਦਾ। ਜਾਂਚ ਨੂੰ ਚੱਲਣ ਦਿਓ, ਔਰ ਜਾਂਚ ਦੇ ਦਾਇਰੇ ਵਿੱਚ ਜਿਵੇਂ ਜਿਵੇਂ ਲੋਕ ਆਉਣਗੇ, ਤੱਥ ਸਾਹਮਣੇ ਆਉਣਗੇ, ਸਾਰਾ ਕੁਝ ਮੀਡੀਆ ਦੇ ਸਾਹਮਣੇ ਆਉਣਾ। ਉਹ ਕਿਹੜਾ ਕਿਤੇ ਨੇ ਲੁਕੋ ਕੇ ਕਰ ਲੈਣੀ ਹੈ ਜਾਂਚ। ਜੇ ਕੋਈ ਤੱਥ ਆਊਗਾ ਤਾਂ ਉਹ ਆਪਾਂ ਹੀ ਬੈਠੇ ਨੇ ਡਿਸਕਸ ਕਰਨਾ। ਇਹ ਕੋਈ ਬਰਗਾੜੀ ਕਾਂਡ ਦਾ ਮੈਂ ਫੇਰ ਜੋੜਦਾ, ਕੋਈ ਇੰਨਾ ਕੁ ਥੋੜੀ ਵੀ 4.5 ਸਾਲ ਬੋਰੇ 'ਚ ਪਾ ਕੇ ਰੱਖ ਲੈਣੀ ਹੈ ਜਾਂਚ, ਮੁੜ ਕੇ ਜਾ ਕੇ ਹਾਈ ਕੋਰਟ 'ਚ ਦੱਸ ਦੇਣਾ। ਉਹ ਤਾਂ ਆਪਣੇ ਕੋਲੇ ਸਾਰਾ ਕੁਝ ਸਾਹਮਣੇ ਹੀ ਆਉਣਾ। ਜੋ ਸਾਹਮਣੇ ਆਊਗਾ ਉਦੋਂ ਬੈਠ ਕੇ ਗੱਲ ਕਰਾਂਗੇ ਆਪਾਂ। ਜੇ ਕੋਈ ਗੱਲ ਲੱਗੂਗੀ ਤਾਂ ਉਸ ਗੱਲ ਦੇ ਉੱਤੇ ਜ਼ਰੂਰ ਵਿਚਾਰ ਕੀਤਾ ਜਾਊਗਾ। ਧਾਲੀਵਾਲ ਜੀ, ਮੈਂ ਅੱਗੇ ਬਿਲਕੁਲ ਜਿਹੜਾ ਸਮਾਂ ਵੀ ਆਪਣੇ ਕੋਲ ਨਹੀਂ, ਸਵੈਜ ਜੀ ਮੈਂ ਤੁਹਾਡੇ ਵੱਲ ਵੀ ਆ ਰਿਹਾ, ਉੱਪਲ ਜੀ ਵੱਲ ਵੀ ਆ ਰਿਹਾ। 2 ਲਾਈਨਾਂ ਦਾ ਜਵਾਬ ਜਿਹੜਾ ਮੈਂ ਧਾਲੀਵਾਲ ਸਾਹਿਬ ਫੇਰ ਤੁਹਾਡੇ ਤੋਂ ਇੱਕ ਸਵਾਲ ਦਰਸ਼ਕ ਵੀ ਸੁਣ ਰਹੇ ਆ ਕਿ ਜਦੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਉੱਤੇ ਸਿੱਧੇ ਤੌਰ ਤੇ ਉਂਗਲ ਉੱਠ ਰਹੀ ਹੈ, ਆਪਾਂ ਜਾਣਦੇ ਹਾਂ ਪਿਛਲੇ ਲੰਬੇ ਸਮੇਂ 'ਚ ਬਹੁਤ ਸਾਰੇ ਮੰਤਰੀ ਹੋਏ ਹੈ, ਕਦੇ ਰੇਲਵੇ ਐਕਸੀਡੈਂਟ ਹੋ ਗਿਆ, ਕਦੇ ਹੋਰ ਇਹੋ ਜਿਹੀਆਂ ਗੱਲਾਂ ਵਾਪਰੀਆਂ, ਮੰਦਭਾਗੀਆਂ ਘਟਨਾਵਾਂ, ਉਹਨਾਂ ਨੇ ਅਸਤੀਫੇ ਦਿੱਤੇ। ਹੁਣ ਉਸ ਪਰਿਵਾਰ ਦੇ ਨਾਲ ਸਿੱਧੇ ਤੌਰ ਤੇ ਗੱਲ ਆ ਰਹੀ ਹੈ, ਇਸ ਕਰਕੇ ਕਹਿ ਰਹੇ ਕਿ ਨੈਤਿਕ ਆਧਾਰ ਤੇ ਅਸਤੀਫਾ ਬਣਦਾ ਹੈ, ਜਿਹੜੀ ਗੱਲ ਕੀਤੀ ਜਾ ਰਹੀ ਹੈ। ਸੰਖੇਪ ਵਿੱਚ 2 ਲਾਈਨਾਂ 'ਚ ਮੈਂ ਤੁਹਾਡਾ ਜਵਾਬ ਜ਼ਰੂਰ ਚਾਹੁੰਦਾ ਧਾਲੀਵਾਲ ਜੀ। ਦੇਖੋ, ਨੈਤਿਕਤਾ ਮੇਰੇ ਖਿਆਲ ਦੇ ਵਿੱਚ ਉਦੋਂ ਪਰਖਣ ਦੀ ਲੋੜ ਸੀ ਆਪਾਂ ਨੂੰ, ਜੇ ਕਿਤੇ ਸਰਕਾਰ ਮਤਲਬ ਕਿਸੇ ਵੀ ਕੀਮਤ ਤੇ ਥੋੜਾ ਬਹੁਤ ਲਚਕੀਲਾ ਵਤੀਰਾ ਅਪਣਾ ਰਹੀ ਹੁੰਦੀ ਤਾਂ। ਜਦੋਂ ਸਰਕਾਰ ਨੇ ਇੰਨਾ ਸਖਤ ਵਤੀਰਾ ਅਪਣਾਇਆ ਤਾਂ ਉੱਥੇ ਸਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ, ਉੱਥੇ ਗੱਲ ਹੀ ਨਹੀਂ ਬਣਦੀ। ਜਦੋਂ ਸਰਕਾਰ ਨੇ ਪੂਰੇ ਸਖਤ ਰੁਖ ਦੇ ਨਾਲ ਵਿਦਿਨ ਟਾਈਮ ਬਾਉਂਡ ਅੰਦਰ, ਮੈਂ ਉਹੀ ਤਾਂ ਹੀ ਆਪਦੀ ਗੱਲ ਹੀ ਇੱਥੋਂ ਸ਼ੁਰੂ ਕੀਤੀ ਵੀ ਅਸੀਂ ਉਹ ਲੋਕ ਹੈ ਹਜੇ ਤੱਕ ਸੱਜਣ ਕੁਮਾਰ ਵਰਗੇ, ਟਾਈਟਲਰ ਵਰਗੇ ਬਾਹਰ ਆਪਾਂ ਸਾਰੇ ਸਮਾਂ ਖਤਮ ਕਰ ਦਿੱਤੇ ਗਏ। ਜੀ ਧਾਲੀਵਾਲ ਜੀ, ਸਮਾਂ ਨਹੀਂ ਹੈ, ਆਪਾਂ ਮੈਂ ਜਵਾਬ ਜ਼ਰੂਰ ਚਾਹਾਂਗਾ। ਮਿੰਟ ਸਾਰੇ 2 ਰਹਿੰਦੇ ਇਸ ਮੁੱਦੇ ਤੇ, ਮੈਂ ਉਹਨਾਂ ਦੇ ਜਵਾਬ ਜ਼ਰੂਰ ਲੈਣਾ ਚਾਹੁੰਦਾ। ਉੱਪਲ ਜੀ, ਪਹਿਲਾਂ ਤੁਸੀਂ ਇਸ ਮੁੱਦੇ ਦੇ ਕਮੈਂਟ ਜੋ ਧਾਲੀਵਾਲ ਸਾਹਿਬ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ, ਨਿਆਂ ਹੋ ਰਿਹਾ, ਫਿਰ ਕਿਉਂ ਇਸ ਮੁੱਦੇ ਤੇ ਆਪਾਂ ਬਾਰ-ਬਾਰ ਜਿਹੜਾ ਤੁਹਾਨੂੰ ਲੱਗਦਾ ਕਿ ਵੱਡੇ ਖਦਸ਼ੇ ਹੈ, ਸਮਾਂ ਨਹੀਂ ਹੈ, ਪਰ ਕਮੈਂਟ ਜ਼ਰੂਰ ਜਿਹੜਾ ਉੱਪਲ ਜੀ ਤੁਹਾਡੇ। ਦੇਖੋ ਜੀ, ਸਾਡਾ ਤਾਂ ਪੱਕਾ ਮਤਲਬ ਮੰਗ ਹੀ ਨਹੀਂ, ਸਾਨੂੰ ਇਹ ਯਕੀਨ ਹੈ, ਔਰ ਭਾਰਤ ਦਾ 70 ਸਾਲ ਦਾ ਇਤਿਹਾਸ ਵੀ ਦੱਸਦਾ ਹੈ, ਐਡੇ ਵੱਡੇ ਉਹਦੇ ਤੇ ਉਹ ਵੀ ਇੱਕ ਪੁੱਤ ਮੋਹ ਉਹਨੇ ਦਿਖਾਇਆ ਬਹੁਤ ਚੰਗੀ ਤਰ੍ਹਾਂ। ਪਹਿਲਾਂ ਕਿਹਾ ਕਿ ਮੇਰਾ ਪੁੱਤ ਉੱਥੇ ਹੈ ਹੀ ਨਹੀਂ ਸੀ, ਫਿਰ ਉਹਨੇ ਕਿਹਾ ਜਦੋਂ ਪੇਸ਼ ਕੀਤਾ ਨਾਲ ਆਇਆ ਪਿੰਡ ਉਹਦੇ, ਉੱਥੇ ਲਖਮੀਰਪੁਰ, ਦਿੱਲੀ ਬੈਠਾ ਰਹਿੰਦਾ, ਉਹਦੇ ਤੋਂ ਵੀ ਸਾਬਤ ਹੁੰਦਾ ਹੈ। ਉਹਦਾ ਕੋਈ ਮਤਲਬ ਅਸੀਂ ਉਹਨੂੰ ਲਾਲ ਬਹਾਦਰ ਸ਼ਾਸਤਰੀ ਵਰਗਾ ਖਿਤਾਬ ਨਹੀਂ ਦੇ ਸਕਦੇ ਵੀ ਉਹ ਉਹਦਾ ਮਿਨਿਸਟਰ ਆ। ਔਰ ਉਹਨੇ ਜਿਹੜਾ ਪਹਿਲਾ ਭਾਸ਼ਣ ਦਿੱਤਾ, ਉਸ ਭਾਸ਼ਣ ਦੀ ਵੀਡੀਓ ਵੀ ਇਹਨਾਂ ਨੂੰ ਸੁਣ ਲਈ, ਮੈਂ ਕਹੂੰਗਾ ਜੀ ਉੱਪਲ ਜੀ ਉਹ ਸਾਰੇ ਆਪਣੇ ਕੋਲ ਸਮਾਂ ਨਹੀਂ, ਉਹ ਸਾਰੀ ਗੱਲ ਆ ਵੀ ਗਈ ਹੈ, ਪਰ ਜੇ ਉਹ ਕਹਿੰਦੇ ਜੇ ਨਹੀਂ ਮੈਂ ਮਿਨਿਸਟਰ ਤਾਂ ਹੋਣਾ, ਪਰ ਮਿਨਿਸਟਰ ਤੋਂ ਪਹਿਲਾਂ ਕਿਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਉਹ ਵੀ ਬਣ ਕੇ ਦਿਖਾ ਸਕਣਾ। ਇਸ ਲਈ ਚਲੋ ਆਪਾਂ ਉਹਦੀ ਨੈਤਿਕ ਤੌਰ ਤੇ ਹੀ ਨਹੀਂ, ਉਹਦਾ ਹਰ ਹਾਲਤ ਵਿੱਚ ਬਣਦਾ। ਔਰ ਸਾਡਾ ਮਤਲਬ ਜਿਹੜੇ ਵਿਕਟਮ ਨੇ ਉਹਨਾਂ ਦੀ ਸ਼ਾਂਤੀ ਲਈ, ਉਹਨਾਂ ਦੇ ਅਧਿਕਾਰਾਂ ਲਈ ਅਸੀਂ ਲੜਾਂਗੇ, ਮਰਾਂਗੇ, ਔਰ ਉਹਦਾ ਅਸਤੀਫਾ ਦਵਾਵਾਂਗੇ, ਤਾਂ ਹੀ ਸਾਨੂੰ ਕੋਈ ਕੋਰਟ ਦੇ ਵਿੱਚੋਂ ਨਿਆਂ ਮਿਲ ਸਕੂਗਾ। ਆ ਗਈ ਗੱਲ ਸਵੈਜ ਜੀ, ਮੁਸ਼ਕਲ ਨਾਲ ਹੀ 1 ਮਿੰਟ ਦਾ ਕਮੈਂਟ ਤੁਹਾਡੇ ਲਈ ਸਮਾਂ ਬਚਿਆ। ਕੱਲ ਨੂੰ ਜਿਹੜੇ ਕਿਸਾਨ ਸ਼ਹਾਦਤ ਦੇ ਗਏ ਹੈ ਉਹਨਾਂ ਦੀ ਅੰਤਮ ਅਰਦਾਸ ਵੀ ਹੈ,
ਜਿੱਦਾਂ ਉੱਪਲ ਜੀ ਨੇ ਕਿਹਾ, ਉਹਨਾਂ ਨੂੰ ਨਿਆਂ ਦਿਵਾਉਣ ਲਈ, ਇਨਸਾਫ ਦਿਵਾਉਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਮੈਂ ਚਾਹਨਾ ਕਿ 2 ਲਾਈਨਾਂ ਦਾ ਕਮੈਂਟ ਤੁਹਾਡੇ ਕੋਲ। ਸਰ ਬਿਲਕੁਲ ਰਾਜਨੀਤੀ ਤੋਂ ਉੱਤੇ ਉੱਠ ਕੇ ਮੈਂ ਜਵਾਬ ਦੇਵਾਂਗਾ। ਜਿਵੇਂ ਉੱਪਲ ਸਾਹਿਬ ਨੇ ਕਿਹਾ ਹੈ ਕਿ ਉਹ ਗ੍ਰਹਿ ਰਾਜ ਮੰਤਰੀ ਦਾ ਅਸਤੀਫਾ ਇਕੱਲੇ ਨੈਤਿਕ ਆਧਾਰ ਤੇ ਨਹੀਂ, ਉਹ ਤਾਂ ਮੁਲਜ਼ਮ ਬਣਦਾ ਹੈ। ਉਹ ਸਾਜ਼ਿਸ਼ ਦਾ 120 ਵੀ ਲੱਗਦੀ ਉਹਦੇ ਖਿਲਾਫ, ਕਿਉਂਕਿ ਉਹਨੇ ਪਹਿਲਾਂ ਉਸ ਤੋਂ ਪਹਿਲਾਂ ਉਹ ਰਾਹੁਲ ਗਾਂਧੀ ਵੀ ਮੁਲਜ਼ਮ ਹੈ, ਉਹ ਭਾਰਤ ਰਤਨ ਦੇਣ ਵਾਲੇ ਵੀ ਮੁਲਜ਼ਮ ਹੈ, ਤੁਸੀਂ ਵੀ ਮੁਲਜ਼ਮ ਹੋ ਸਾਰੇ। ਉਹ ਜਿਨ੍ਹਾਂ ਨੇ 83 ਦੇ ਕਾਤਲਾਂ ਨੂੰ ਭਾਰਤ ਰਤਨ ਦਿੱਤਾ, ਉਹ ਭਾਰਤ ਰਤਨ ਦੇਣ ਵਾਲੇ ਮੁਲਜ਼ਮ ਹੈ ਤੁਸੀਂ ਸਾਰੇ। ਜਿਹੜੇ ਵਕਾਲਤ ਕਰਦੇ ਆ ਤੁਸੀਂ ਵੀ ਮੁਲਜ਼ਮ ਹੈ, ਉਹ ਜਿਹੜੇ ਵਕਾਲਤ ਕਰਦੇ ਆ ਭਾਰਤ ਰਤਨ ਵਾਲਿਆਂ ਦੀ ਸਾਰੇ ਮੁਲਜ਼ਮ ਹੈ। ਤੁਸੀਂ ਸ਼ਰੇਆਮ ਸਾਡੇ ਜ਼ਖਮਾਂ ਤੇ ਨੂਣ ਛਿੜਕੀ ਹੋ। ਮੈਂ ਸਾਰੇ ਉਹਨਾਂ ਬੱਚਿਆਂ ਨੂੰ ਸੱਤਾ ਦੇ ਫੁੱਲ ਭੇਟ ਕਰਦਾ ਜੀ, ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਬੱਚਿਆਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਉਹਨਾਂ ਦੇ ਜਿਹੜੇ ਸ਼ਹੀਦਾਂ ਨੇ ਜੀ ਅਜਾਈ ਨਾ ਜਾਣ ਜੀ। ਇਹ ਮੈਂ ਬੇਨਤੀ ਕਰਦਾ। ਤਿੰਨਾਂ ਹੀ ਮਹਿਮਾਨਾਂ ਦਾ ਸਵੈ ਜੀ ਧਾਲੀਵਾਲ ਸਾਹਿਬ, ਉੱਪਲ ਸਾਹਿਬ ਬਹੁਤ ਬਹੁਤ ਧੰਨਵਾਦ। ਭਲਕੇ ਸ਼ਹਾਦਤ ਦੇ ਗਏ ਕਿਸਾਨਾਂ ਦੀ ਅੰਤਮ ਅਰਦਾਸ ਹੈ। ਉਹਨਾਂ ਦੀ ਸ਼ਹਾਦਤ ਅੱਗੇ ਕਿਸਾਨੀ ਅੰਦੋਲਨ ਦੀ ਕੁਰਬਾਨੀ ਦੇ ਲਈ ਸਾਡਾ ਵੀ ਸਿਰ ਝੁਕਦਾ ਹੈ। ਦੁਨੀਆ ਭਰ 'ਚ ਬੈਠੇ ਪੰਜਾਬੀ ਇਸ ਗੱਲ ਦੀ ਤਵੱਕੋਂ ਕਰਦੇ ਆ, ਅਰਦਾਸ ਕਰਦੇ ਆ ਕਿ ਖੂਨ ਖਰਾਬੇ ਦਾ ਦੌਰ ਖਤਮ ਹੋਣਾ ਚਾਹੀਦਾ ਹੈ। ਜਿੱਥੋਂ ਤੱਕ ਸਵਾਲ ਹੈ ਨਿਆਂ ਦਾ, ਇਨਸਾਫ ਦਾ, ਰਾਏ ਵੱਖੋ ਵੱਖਰੀ ਹੋ ਸਕਦੀ ਹੈ, ਪਰ ਇਹ ਬਹੁਤ ਵੱਡਾ ਸਵਾਲ, ਬਹੁਤ ਵੱਡੀ ਮੰਗ ਉੱਭਰ ਕੇ ਸਾਹਮਣੇ ਆ ਰਹੀ ਹੈ। ਜੇ ਨਿਆਂ ਦਾ ਭਰੋਸਾ ਮਿਲਣਾ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਉਸ ਨੂੰ ਫੌਰੀ ਤੌਰ ਤੇ ਮੰਤਰੀ ਮੰਡਲ ਤੋਂ ਪਾਸੇ ਕੀਤਾ ਜਾਵੇ। ਇਸ ਵੱਡੇ ਅਹਿਮ ਤੇ ਦੁਖਦਾਈ ਮੁੱਦੇ ਤੇ ਆਉਣ ਲਈ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਵੱਲੋਂ ਮੈਂ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।